ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਚੀ TV ਤੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਪਿਆਰੇ ਦਰਸ਼ਕ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਬੜੀ ਸ਼ੋਕਮਈ ਖਬਰ ਹੈਗੀ ਆ, ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਇਹ ਸਾਡੇ ਇੱਕ ਰੈਗੂਲਰ ਕਾਲਰ ਕੈਨੇਡਾ ਤੋਂ ਮੋਹਨ ਲਾਲ ਕਰੀਮਪੁਰੀ, 28 ਤਰੀਕ ਨੂੰ ਉਹਨਾਂ ਦਾ ਅਚਾਨਕ ਦੇਹਾਂਤ ਹੋ ਗਿਆ। ਤੁਹਾਡੇ ਸਕਰੀਨ 'ਤੇ ਉਹਨਾਂ ਦੀਆਂ ਫੋਟੋ ਆ ਰਹੀਆਂ ਔਰ ਸੁਣ ਕੇ ਬੜਾ ਦੁੱਖ ਹੋਇਆ। ਤਕਰੀਬਨ ਇਹ ਆ ਕਿ 28 ਤੋਂ ਪਹਿਲਾਂ ਤਕਰੀਬਨ ਇੱਕ ਪ੍ਰੋਗਰਾਮ ਕੋਈ 8-10 ਦਿਨ ਪਹਿਲਾਂ ਉਹਨਾਂ ਨੇ ਟੈਲੀਫੋਨ ਵੀ ਕੀਤਾ ਔਰ ਕਵਿਤਾ ਵੀ ਪੜ੍ਹੀ। ਹਮੇਸ਼ਾ ਉਹ ਕਵਿਤਾ ਪੜ੍ਹਦੇ ਸਨ ਔਰ 15 ਸਾਲ ਤੋਂ ਉਹ ਕੈਨੇਡਾ ਦੇ ਵਿੱਚ ਰਹਿੰਦੇ ਸਨ। ਉਹਨਾਂ ਦੀ ਡਾਟਰ, ਉਹਨਾਂ ਦਾ ਲੜਕਾ ਉੱਥੇ ਆ ਔਰ 76 ਸਾਲ ਦੀ ਉਮਰ ਦੇ ਵਿੱਚ ਉਹ ਸਾਰੇ ਪਰਿਵਾਰ ਨੂੰ, ਆਪਾਂ ਨੂੰ, ਸਾਰਿਆਂ ਨੂੰ ਉਹ ਛੱਡ ਕੇ ਹਮੇਸ਼ਾ ਲਈ ਸਾਡੇ ਕੋਲੋਂ ਅਲਵਿਦਾ ਕਹਿ ਗਏ ਹਨ ਔਰ ਸਾਨੂੰ ਬੜਾ ਅਫਸੋਸ ਹੈ ਉਹਨਾਂ ਦੇ ਜਾਣ ਦਾ। ਉਹ ਬੜੇ ਹੈਲਦੀ ਲੱਗਦੇ ਸਨ ਔਰ ਅਸੀਂ ਆਪਣਾ ਦੁੱਖ ਜ਼ਾਹਰ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਪਰਿਵਾਰ ਦੇ ਸਾਰੇ ਜੀਆਂ ਨੂੰ ਅਸੀਂ ਇਹ ਆ ਕਿ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਔਰ ਉਮੀਦ ਰੱਖਦੇ ਹਾਂ, ਦੁਆ ਕਰਦੇ ਹਾਂ ਉਹਨਾਂ ਦੀ ਗੁੱਡ ਹੈਲਥ ਔਰ ਪ੍ਰੋਸਪੈਰਿਟੀ ਦੀ, ਉਹਨਾਂ ਨੂੰ ਸਟਰੈਂਥ ਮਿਲੇ ਇਹੋ ਜਿਹਾ ਸਦਮਾ ਚੱਲਣ ਦੀ। ਦਵਿੰਦਰ ਜੀ, ਤੁਸੀਂ ਕੀ ਕਹਿਣਾ? ਆਪਣੇ ਮੋਹਨ ਲਾਲ ਕਰੀਮਪੁਰੀ ਜੀ ਉਹਨਾਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਸ਼ਰਧਾਂਜਲੀ ਜੀ। ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਆ ਸੀ ਜੀ। ਮਤਲਬ ਇਹ ਜਿਹੜੀ ਉਹਨਾਂ ਦਾ ਘਾਟਾ ਹੈਗਾ ਇਕੱਲਾ ਪਰਿਵਾਰ ਨੂੰ ਤਾਂ ਹੈ ਹੀ, ਜਿਹੜਾ ਹੈਗਾ ਇਕੱਲਾ ਪਰਿਵਾਰ ਨੂੰ ਨਹੀਂ ਹੈ, ਪੂਰੀ ਕਮਿਊਨਿਟੀ ਨੂੰ ਹੈ। ਬਿਲਕੁਲ। ਇੱਕ ਜਿਹੜੇ ਮਾਨਵਤਾ ਲਈ ਸੰਘਰਸ਼ ਕਰਦੇ ਲੋਕ, ਉਹਨਾਂ ਲਈ ਆ। ਬਿਲਕੁਲ ਬਿਲਕੁਲ। ਮੈਂ ਉਹਨਾਂ ਨੂੰ ਮਤਲਬ ਦੇਖਦਾ ਸੀ, ਜਦ ਪਤਾ ਲੱਗਾ ਤਾਂ ਮੈਂ ਥੋੜ੍ਹਾ ਸਰਚ ਕੀਤਾ। ਬਹੁਤ ਵਧੀਆ ਬੁਲਾਰੇ ਸੀ, ਬਹੁਤ ਵਧੀਆ ਉਹਨਾਂ ਦੀ ਕਵਿਤਾ ਸੀ ਔਰ ਬਹੁਤ ਵਧੀਆ ਵਿਚਾਰ ਸੀਗੇ ਬਹੁਤ। ਹਾਂਜੀ। ਔਰ ਜਦੋਂ ਤੁਹਾਨੂੰ ਪਤਾ ਬਹੁਤ ਸਾਰੀਆਂ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਤੇ ਬਹੁਤ ਸਾਰੀਆਂ ਸਪੀਚਸ ਉਹਨਾਂ ਦੀਆਂ ਹੈਗੀਆਂ ਲੋਕਾਂ ਦੇ ਵਿੱਚ, ਮਤਲਬ ਨਾ ਜਿਹੜੀ ਗਾਈਡ ਕਰਨਾ ਲੋਕਾਂ ਨੂੰ ਜੀ। ਪੂਰੀ ਜ਼ਿੰਦਗੀ ਭਰ ਦਾ ਉਹਨਾਂ ਦਾ ਆਪਣਾ ਤਜਰਬਾ ਸੀ, ਐਕਸਪੀਰੀਅੰਸ ਸੀ, ਬਹੁਤ ਵਿਦਵਤਾ ਸੀ ਔਰ ਉਹਨੂੰ ਲੈ ਕੇ ਮਤਲਬ ਜਦੋਂ ਗੱਲ ਕਰਦੇ ਸੀ ਤਾਂ ਬਹੁਤ ਪਤੇ ਦੀ ਕਰਦੇ ਸੀ। ਬਿਲਕੁਲ। ਸੋ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਫਿਰ ਵੀ ਆਪਾਂ ਨੂੰ ਪਤਾ ਕਿ ਜਿਹੜੇ ਕੁਛ ਵੀ ਪਰਿਵਰਤਨਸ਼ੀਲ ਹੈ ਸਾਰਾ ਕੁਛ ਇੱਥੇ, ਪਰਮਾਨੈਂਟ ਨਹੀਂ ਹੈ, ਕੁਛ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਅਤੇ ਪਰਿਵਾਰ ਨੂੰ ਅਸੀਂ ਚਾਹੁੰਦੇ ਕਿ ਇਹ ਜਿਹੜਾ ਸਦਮਾ ਹੈਗਾ ਜਰਾ ਹਿੰਮਤ ਨਾਲ ਹੀ ਸਹਿਣ ਕਰਨਾ ਚਾਹੀਦਾ ਹੈਗਾ। ਬਿਲਕੁਲ। ਸੋ ਇੱਕ ਵਾਰੀ ਫਿਰ ਅਸੀਂ ਉਹਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਮੋਹਨ ਲਾਲ ਕਰੀਮਪੁਰੀ ਜੀ ਨੂੰ। ਪਿਆਰੇ ਦਰਸ਼ਕੋ, ਤਨੋਂ ਮਨੋਂ ਮੈਂ ਆਪਣੀ ਵੱਲੋਂ ਵੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਜਿਸ ਤਰ੍ਹਾਂ ਦਵਿੰਦਰ ਹੁਣੀ ਦੱਸਿਆ ਕਿ ਉਹ ਬੜੇ ਉਗਰਵਾਦੀ ਔਰ ਬੜੇ ਫਾਰਵਰਡ ਖਿਆਲਾਂ ਦੇ ਇਨਸਾਨ ਸਨ। ਕਦੀ ਸਾਡਾ ਉਹਨਾਂ ਦੇ ਨਾਲ ਰੂਬਹੂ ਇੱਦਾਂ ਮੇਲ ਤਾਂ ਨਹੀਂ ਹੋਇਆ, ਪਰ ਟੈਲੀਵਿਜ਼ਨ ਦੇ ਕਾਂਚੀ TV ਦੇ ਲਿੰਕ ਦੇ ਨਾਲ ਸਾਡਾ ਉਹਦਾ ਦੇ ਨਾਲ ਲਿੰਕ ਸੀਗਾ ਔਰ ਜਿੱਥੋਂ ਇਹ ਆ ਕੇ ਸਾਬਤ ਹੁੰਦਾ ਕਿ ਉਹ ਤਥਾਗਤ ਭਗਵਾਨ ਬੁੱਧ ਦੇ ਬਹੁਤ ਹੀ ਮੰਨਣ ਵਾਲੇ ਸਨ, ਬੁੱਧਿਸਟ ਸਨ ਔਰ ਬਾਬਾ ਸਾਹਿਬ ਦੇ BR ਅੰਬੇਦਕਰ ਦੇ ਉਹ ਸ਼ਰਧਾਲੂ ਸਨ ਔਰ ਉਹਨਾਂ ਦੀਆਂ ਕਿਤਾਬਾਂ, ਦਵਿੰਦਰ ਜੀ, ਉਹਨਾਂ ਦੇ ਸਿਰਲੇਖ ਹੀ ਜਿਹੜੇ ਆ ਉਹ ਬੋਲਦੇ ਆ ਕਿ ਉਹਨਾਂ ਦੇ ਅੰਦਰ ਕਿਹੋ ਜਿਹੀ ਜਿੱਦਾਂ ਦੀ ਜਵਾਲਾ ਹੁੰਦੀ ਆ, ਕੌਮ ਲਈ ਜਜ਼ਬਾਤ ਹੁੰਦੇ ਆ। ਔਰ ਦੇਖੋ ਨਾ, ਉਹਨਾਂ ਨੇ ਬਹੁਜਨ ਕਾਰਵਾਂ ਇੱਕ ਕਿਤਾਬ ਦਾ ਸਿਰਲੇਖ ਸਕਰੀਨ 'ਤੇ ਆ ਰਿਹਾ ਪਿਆਰੇ ਦਰਸ਼ਕੋ। ਅੰਬੇਦਕਰ ਇਨਕਲਾਬ ਜੀ ਹੈ ਜੀ। ਔਰ ਤੀਜੀ ਹੈਗੀ ਆ ਦਲਿਤਾਂ ਦਾ ਹੋਕਾ ਹੈ ਜੀ। ਚੌਥੀ ਹੈਗੀ ਆ ਬੁੱਧ ਭੀਮ ਕਿਰਨਾ ਹੈ ਜੀ। ਔਰ ਪੰਜਵੀਂ ਹੈਗੀ ਆ ਦੀਕਸ਼ਾ ਭੂਮੀ ਮੁਕਤੀ ਦਾ ਦਰ। ਸੋ ਪਿਆਰੇ ਦਰਸ਼ਕੋ, ਜਿਹੜੀ ਆ ਕਿਤਾਬ ਆ ਨਾ, ਉਹਦਾ ਟਾਈਟਲ ਹੀ ਉਹ ਸਾਰਾ ਕੁਛ ਬੋਲਦਾ ਕਿ ਉਹਨਾਂ ਨੇ ਵਿੱਚ ਉਹਦੇ ਕੀ ਭਰਿਆ ਆ
है जी। और ਵਿੱਚ भी ਅਸੀਂ ਹੁਣ ਉਹ ਕਿਤਾਬਾਂ ਮੰਗਾਵਾਂਗੇ ਔਰ ਅਸੀਂ ਪੜ੍ਹ ਕੇ ਹੋ ਸਕਦਾ ਅਸੀਂ ਉਹਦੇ ਬਾਰੇ ਫੇਰ ਕਿਤਾਬਾਂ ਤੁਹਾਨੂੰ ਜਿਹੜੀਆਂ ਉਹਨਾਂ ਦੀ ਕਵਿਤਾ ਉਹਨਾਂ ਦਾ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਕਦੀ ਕਤਾਈ। ਔਰ ਮੈਨੂੰ ਯਾਦ ਹੈ ਕਿ ਉਹਨਾਂ ਨੇ ਤਕਰੀਬਨ 4-5 ਮਹੀਨੇ ਹੋਏ ਮੈਨੂੰ ਕਿਤੇ ਟੈਲੀਫੋਨ ਉਹਨਾਂ ਨੇ ਮੇਰਾ ਟੋਲ ਕੇ ਨਾ ਮੈਨੂੰ ਟੈਲੀਫੋਨ ਕੀਤਾ। ਉਹ ਮੈਨੂੰ ਕਹਿੰਦੇ ਭਈ ਮੇਰਾ ਟੈਲੀਫੋਨ ਜਿਹੜਾ ਸੀਗਾ ਨਾ ਉਹਦੇ ਵਿੱਚੋਂ ਨੰਬਰ ਇੱਕ ਤਾਂ ਕਾਂਸ਼ੀ TV ਦਾ ਨਹੀਂ ਮਿਲ ਲੱਜਾ ਅਤੇ ਮੈਂ ਟੈਲੀਫੋਨ ਨਹੀਂ ਕਰ ਸਕਿਆ। ਔਰ ਉਹਨਾਂ ਨੇ ਕਿੰਨਾ ਹੀ 1 ਘੰਟਾ ਲਾ ਦਿੱਤਾ ਹਾਂਜੀ ਆਪਣੇ ਬਾਰੇ ਦੱਸਦੇ ਆ ਔਰ ਫਿਰ ਮੈਨੂੰ ਕਵਿਤਾ ਸੁਣਾਉਣ 'ਤੇ ਅੱਛਾ ਵਧੀਆ ਲਿਖਦੇ ਸੀ ਕਵਿਤਾ ਔਰ ਉਹਨਾਂ ਨੂੰ ਸ਼ੌਂਕ ਸੀ ਸੁਣਾਉਣ ਦਾ। ਅੱਛਾ ਉਹਨਾਂ ਨੇ ਕੋਈ 2-3 ਹਫ਼ਤੇ ਬਾਅਦ ਫਿਰ ਮੈਨੂੰ ਟੈਲੀਫੋਨ ਕਰ ਦਿੱਤਾ ਔਰ ਕਰਕੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਜੀ ਬਾਜੀ ਪੁੱਛ ਲਿਓ ਪਰ ਮੈਨੂੰ ਕਵਿਤਾ ਨਾ ਸੁਣਾਇਓ ਕਿਉਂਕਿ ਕਵਿਤਾ ਹੀ ਲੰਬੀਆਂ ਬਹੁਤ ਸੀ ਹਾਂਜੀ। ਕਹਿੰਦੇ ਮੈਂ ਕਿ 5 ਕਿਤਾਬਾਂ ਮੈਂ ਲਿਖੀਆਂ ਔਰ ਮੇਰੇ ਕੋਲ ਲਿਖਿਆ ਬਹੁਤ ਆ ਪਿਆਰੇ ਦਰਸ਼ਕੋ। ਮੈਂ ਉਹਨਾਂ ਨੂੰ ਓਨੈਸਟਲੀ ਇੱਕ ਹੋਰ ਆਦਮੀ ਨੂੰ ਵੀ ਮੈਂ ਕਵੀ ਹੈਗਾ ਸਾਡੇ ਬੁਲਰਹੰਟਨ ਦਾ ਉਹਨੂੰ ਵੀ ਕਿਸੇ ਟਾਈਮ 'ਤੇ ਮੈਂ ਉਹਨੂੰ ਐਡਵਾਈਸ ਦਿੱਤੀ ਸੀਗੀ ਕਿ ਤੁਸੀਂ ਤੁਹਾਡੇ ਕੋਲ ਜਿੰਨਾ ਮਟੀਰੀਅਲ ਆ ਇਹੋ ਮਾਨਿਆ ਵਾ ਕਰੀਮਪੁਰੀ ਨੂੰ ਉਹਨਾਂ ਨੂੰ ਵੀ ਮੈਂ ਕਿਹਾ ਕਿ ਜਿੰਨਾ ਤੁਹਾਡੇ ਕੋਲ ਮਟੀਰੀਅਲ ਆ ਤੁਸੀਂ ਮੋਹਨ ਲਾਲ ਜੀ ਇਹਨੂੰ ਜਲਦੀ ਤੋਂ ਜਲਦੀ ਛਪਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੈਨੂੰ ਪਤਾ ਹੈਗਾ ਕਿ ਇੱਥੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਬਾਹਲਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਕੋਈ ਇੰਨਾ ਜ਼ਿਆਦਾ ਇੰਟਰਸਟ ਨਹੀਂ ਹੈਗਾ ਉਹਨਾਂ ਨੇ ਚੱਕ ਕੇ ਉਹ ਡਸਟਬਿਨ 'ਚ ਸੁੱਟ ਦੇਣਾ ਹੈ ਜੀ। ਅਤੇ ਉਹ ਮੇਰੇ ਨਾਲ ਬੜਾ ਹੱਸਦੇ ਕਹਿੰਦੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ ਜੀ। ਸੋ ਇਹ ਆ ਕਿ ਮੈਂ ਉਮੀਦ ਰੱਖਦਾ ਕਿ ਉਹਨਾਂ ਦੇ ਕੋਲ ਕੁਛ ਹੋਰ ਵੀ ਲਿਖਿਆ ਜਿਹੜਾ ਨਾ ਉਹਨਾਂ ਦੇ ਬੱਚੇ ਹੈਗੇ ਅਨਮੋਲ ਲੜਕੇ ਦਾ ਨਾਂ ਹੈਗਾ ਭਾਈ ਉਹ ਜੋ ਕੁਛ ਵੀ ਲਿਖਿਆ ਹੈਗਾ ਅਸੀਂ ਜੇ ਉਹ ਸੁਣਦੇ ਆ ਤਾਂ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਦੀ ਕਿਤਾਬ ਜਾਂ 1 ਜਾਂ 2 ਕੁਛ ਵੀ ਹੈਗਾ ਉਹ ਜ਼ਰੂਰ ਛਪਾਉਣ। ਹਾਂਜੀ ਇਸ ਲਈ ਜਦੋਂ ਇੱਕ ਵਾਰੀ ਬੁੱਕ ਬਣ ਜਾਂਦੀ ਨਾ ਫਿਰ ਰੈਫਰੈਂਸ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਹਮੇਸ਼ਾ ਵਾਸਤੇ ਰਹਿਣ ਵਾਲੀ ਚੀਜ਼ ਰਹਿੰਦੀ ਸਰਕਲ ਦੇ ਵਿੱਚ ਨਾ। ਅੱਜ ਕੱਲ੍ਹ ਤਾਂ ਕਰਕੇ ਇਲੈਕਟ੍ਰੋਨਿਕ ਮੀਡੀਆ ਹੈਗਾ ਜੇ ਇਲੈਕਟ੍ਰੋਨਿਕ ਮੀਡੀਆ 'ਚ ਵੀ ਆ ਜਾਏ ਤਾਂ ਫਿਰ ਤਾਂ ਮਤਲਬ ਘੁੰਮਦੀ ਰਹਿੰਦੀ ਆ ਬਿਲਕੁਲ ਵਾਸਤੇ। ਦੇਖੋ ਉਹਨਾਂ ਦੇ ਜਜ਼ਬਾਤ ਸੀਗੇ ਮਨ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਅਜਾਈ ਨਹੀਂ ਜਾਣੀਆਂ ਚਾਹੀਦੀਆਂ ਉਹ ਲੋਕਾਂ ਦੇ ਜੇਨ ਦੇ ਵਿੱਚ ਆਉਣੀਆਂ ਚਾਹੀਦੀਆਂ ਹੈ ਜੀ। ਨਾਲੇ ਜਿਹੜੀਆਂ ਇਹ ਲਿਖਤਾਂ ਹੈ ਨਾ ਕਿ ਜਿਸ ਕਾਲ ਦੇ ਵਿੱਚ ਜਿਸ ਸਮੇਂ ਦੇ ਵਿੱਚ ਉਹਨਾਂ ਨੇ ਲਿਖਿਆ ਕਰਕੇ ਉਹਦੀ ਭਾਸ਼ਾ ਉਹਦੇ ਜਿਹੜੇ ਬਾਕੀ ਸੁੱਖ ਸਾਧਨ ਜਿਹੜੇ ਹੈਗੇ ਆ ਉਸ ਸਮੇਂ ਦੇ ਜਜ਼ਬਾਤ ਜਿਹੜੇ ਲੋਕਾਂ ਦੇ ਹੈਗੇ ਆ ਉਹ ਲਿਖਤ ਵਿੱਚ ਸਮਝ ਜਾਂਦੇ ਆ ਬਿਲਕੁਲ ਜੇ 40-50 ਸਾਲ ਬਾਅਦ ਮਤਲਬ ਕਿਸੇ ਨੇ ਦੇਖਣੀ ਹੈਗੀ ਆ ਤੇ ਉਹਨਾਂ ਨੇ ਦੇਖਣਾ ਉਸ ਵੇਲੇ ਤੇ ਇਦਾਂ ਦੀਆਂ ਗੱਲਾਂ ਹੁੰਦੀਆਂ ਸੀ ਉਦੋਂ ਆਹ ਵਿਚਾਰਧਾਰਾ ਹੁੰਦੀ ਆਹ ਸ਼ਬਦਾਵਲੀ ਹੁੰਦੀ ਸੀ ਕਰਕੇ ਜਿਹੜੇ ਅੱਜ ਆਪਾਂ ਸ਼ਬਦ ਬੋਲਦੇ ਆ ਇਹ ਆਉਣ ਵਾਲੇ 100 ਸਾਲ ਨੂੰ ਸ਼ਬਦ ਹੀ ਗਵਾਚ ਜਾਣੇ ਆ ਬਿਲਕੁਲ ਬਿਲਕੁਲ ਹੈ ਜੀ। ਮਤਲਬ ਜਿਹੜਾ ਸਾਹਿਤ ਆ ਨਾ ਉਹਨੂੰ ਸਾਂਭਣਾ ਬਹੁਤ ਇੰਪੋਰਟੈਂਟ ਹੈਗਾ ਬਿਲਕੁਲ ਬਿਲਕੁਲ। ਹੁਣ ਪਿਆਰੇ ਦਰਸ਼ਕੋ ਅਸੀਂ ਦੂਸਰੀ ਗੱਲ ਜਿਹੜੀ ਕਰ ਰਹੇ ਹਾਂ ਉਹ ਅੱਜ ਦੇ ਦਿਨ 'ਤੇ ਆ ਬਹੁਤ ਇਤਿਹਾਸਿਕ ਹੈ ਔਰ ਅੱਜ ਦਾ ਦਿਨ ਕਿਹੜਾ ਹੈਗਾ 11 ਨਵੰਬਰ। 11 ਨਵੰਬਰ ਹਮੇਸ਼ਾ ਹੀ ਹਰ ਸਾਲ ਇਸ ਮੁਲਕ ਦੇ ਵਿੱਚ ਬਹੁਤ ਉਹਨੂੰ ਇਸ ਦਿਨ ਨੂੰ ਮਨਾਇਆ ਜਾਂਦਾ। ਕਹਿੰਦੇ ਆ ਕਿ 11th ਆਵਰ 11th ਮਿੰਟ ਔਰ 11th ਮੰਥ ਦੇ ਉੱਤੇ ਕੁਛ ਹੋਇਆ ਸੀ। ਉਹ ਕੀ ਹੋਇਆ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਪੱਪੀ ਡੇ ਰਿਮੈਂਬਰੈਂਸ ਡੇ। ਪਿਆਰੇ ਦਰਸ਼ਕੋ ਦੇਖੋ ਤੁਹਾਡੇ ਸਾਹਮਣੇ ਰਿਮੈਂਬਰੈਂਸ ਡੇ ਦਾ ਜਿਹੜਾ ਹੈਗਾ ਪੱਪੀ ਡੇ ਆ ਰਿਹਾ ਹਰ ਜਗ੍ਹਾ ਬਾਜ਼ਾਰਾਂ ਦੇ ਵਿੱਚ ਅੱਜ ਤਾਈਂ ਆ ਜਿਹੜੇ ਪੱਪੀ ਦੇ ਫੁੱਲ ਇਹ ਤੁਸੀਂ ਦੇਖੇ ਹੋਗੇ ਕਿ ਉਹ ਵੇਚਦੇ ਆ ਔਰ ਹਰ ਸ਼ਹਿਰ ਦੇ ਵਿੱਚ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਆ। ਇਹ ਕੀ ਹੈਗਾ ਜਿਹੜੀ ਫਸਟ ਵਰਲਡ ਵਾਰ ਸੀ ਜਿਹੜੇ 19 ਦੇ ਵਿੱਚ ਖਤਮ ਹੋਈ ਉਦੋਂ ਵੀ ਇਹਦਾ ਉਹਨਾਂ ਨੇ ਰੱਖਿਆ ਸੀ ਆਰਮਿਟਿਸਟ ਡੇ ਜਿਹੜਾ ਸੀਗਾ ਫਸਟ ਵਾਰ ਦਾ ਔਰ ਜਿਹੜੀ ਸੈਕੰਡ ਵਾਰ ਸੀਗੀ ਪਿਆਰੇ ਦਰਸ਼ਕੋ 39 ਤੋਂ 45 ਤੱਕ ਚੱਲੀ ਉਹ ਵੀ 6 ਸਾਲ ਚੱਲੀ ਔਰ ਜਿਸਲੇ ਉਹ 6 ਸਾਲ ਚੱਲੀ ਉਹਦਾ ਦੋਨਾਂ ਲੜਾਈਆਂ ਦਾ ਬਹੁਤ ਲੰਮਾ ਇਤਿਹਾਸ ਆ। ਇਹ ਆ ਕਿ ਟੈਲੀਵਿਜ਼ਨਾਂ 'ਤੇ ਕਦੀ ਕਦੀ ਦਿਖਾਉਂਦੇ ਆ ਅਸੀਂ ਇੱਥੇ ਤੁਹਾਨੂੰ ਇਤਿਹਾਸ ਨਹੀਂ ਦਿਖਾ ਸਕਦੇ ਜਾਂ ਦੱਸ ਸਕਦੇ। ਮੋਟੀ ਜਿਹੀ ਗੱਲ ਇਹ ਹੈਗੀ ਆ ਕਿ ਜਿਸਲੇ 45 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਉਹ ਇਸ ਤਰ੍ਹਾਂ ਹੋਈ ਕਿ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਕੀ ਉਹਨੂੰ ਕਹਿੰਦੇ ਸੀ ਹੈਰੀ ਟਰੂਮੈਨ ਨੇ ਐਟਮ ਬੰਬ ਜਿਹੜਾ ਸੀਗਾ ਉਹ ਡਰਾਉਂਦਾ ਸੀ ਪਹਿਲਾਂ ਰੂਜ਼ਵੈਲਟ ਸੀਗਾ ਉਦੋਂ ਪਹਿਲਾਂ ਉਹ ਮਰ ਗਿਆ ਹੈਰੀ ਟਰੂਮੈਨ ਨੇ ਟੇਕ ਓਵਰ ਕਰ ਲਿਆ ਪ੍ਰੈਜ਼ੀਡੈਂਸੀ ਔਰ ਉਹਨੇ ਇਹ ਆ ਕਿ ਜਾਪਾਨ ਦੇ ਉੱਤੇ ਐਟਮ ਬੰਬ ਜਿਹੜੇ ਆ 2 ਸਿੱਟਣ ਦਾ ਮਿਲਟਰੀ ਨੂੰ ਆਰਡਰ ਦੇ ਦਿੱਤਾ।
ਹੀਰੋਸ਼ੀਮਾ ਨਾਗਾਸਾਕੀ। ਔਰ 2 ਸ਼ਹਿਰ ਜਿਹੜੇ ਆ ਹਿਸਟਰੀ ਦੇ ਵਿੱਚ ਆਉਂਦੇ ਆ, ਹੀਰੋਸ਼ੀਮਾ ਔਰ ਨਾਗਾਸਾਕੀ। ਔਰ ਉੱਥੇ ਦੀ ਮਿੱਟੀ, ਉੱਥੇ ਦੇ ਮਕਾਨ, ਉੱਥੇ ਦੀਆਂ ਬਿਲਡਿੰਗਾਂ, ਉਹ ਬੰਬ ਇੰਨੇ ਮਤਲਬ ਮਾਰੂ ਸਨ ਕਿ ਉਹ ਮੈਲਟ ਹੋ ਗਿਆ ਜਿੱਦਾਂ ਭੱਠੀ ਦੇ ਵਿੱਚ ਪਾਣੀ ਹੁੰਦਾ ਜੀ। ਔਰ ਪਹਿਲਾ ਬੰਬ ਜਿਹੜਾ ਸੀਗਾ ਕਹਿੰਦੇ ਆ ਕਿ ਤਕਰੀਬਨ 40-50 ਹਜ਼ਾਰ ਲੋਕ ਮਰੇ ਜਿਹੜਾ ਹੀਰੋਸ਼ੀਮਾ 'ਤੇ ਸੀ। ਨਾਗਾਸਾਕੀ 'ਤੇ ਜਿਹੜਾ ਸੁੱਟਿਆ ਪਿਆਰੇ ਦਰਸ਼ਕੋ 80-90 ਹਜ਼ਾਰ ਲੋਕ ਮਰੇ ਆ। ਇਹ ਉਸੇ ਟਾਈਮ 'ਤੇ ਜਿਹੜਾ ਰੇਡੀਏਸ਼ਨ ਦੇ ਨਾਲ ਮਰੇ ਆ ਉਹ ਬਹੁਤ ਇਹ ਫਿਗਰਾਂ ਨਾਲੋਂ ਡਬਲ ਹੈ ਜੀ ਜੀ। ਬਾਅਦ ਵਿੱਚ ਹਸਪਤਾਲਾਂ 'ਚ ਲੋਕੀ ਮਰਦੇ ਰਹੇ ਬਹੁਤ ਹਾਂਜੀ। ਰੇਡੀਏਸ਼ਨ ਜਿਹੜੀ ਸੀਗੀ ਬੰਬਾਂ ਦੀ ਉਹਦੇ ਨਾਲ ਬਾਅਦ ਦੇ ਵਿੱਚ ਮਿੱਟੀ ਦੇ ਵਿੱਚ ਸੀਗੀ, ਹਵਾ ਦੇ ਵਿੱਚ ਸੀਗੀ, ਲੋਕਾਂ ਦੀ ਚਮੜੀ ਦੇ ਉੱਤੇ, ਲੋਕਾਂ ਦੇ ਦਿਮਾਗ ਦੇ ਉੱਤੇ, ਲੋਕਾਂ ਦੀ ਅੱਖਾਂ ਦੇ ਉੱਤੇ, ਲੋਕਾਂ ਦੇ ਸਾਹ ਦੇ ਉੱਤੇ, ਜਿਹੜਾ ਰੈਸਪੀਰੇਟਰੀ ਸਿਸਟਮ ਹੈਗਾ ਉਹਦੇ ਉੱਤੇ ਅਸਰ ਪਿਆ। ਔਰ ਤਕਰੀਬਨ 1.5 ਲੱਖ ਪਹਿਲੇ ਬੰਬ ਦੇ ਨਾਲ ਕਹਿੰਦੇ ਮਰੇ ਔਰ 1.5 ਲੱਖ ਦੂਜੇ ਬੰਬ ਦੀ ਰੇਡੀਏਸ਼ਨ ਦੇ ਨਾਲ ਮਰੇ। ਸੋ ਇਹ ਜਿਹੜੀ ਗੱਲ ਹੈਗੀ ਆ ਬਹੁਤ ਮਾਰੂ ਸੀਗੀ। ਇਸ ਗੱਲ ਨੂੰ ਜਿਸਲੇ ਇਹ ਆ ਕਿ ਲੜਾਈ ਖਤਮ ਹੋਈ, ਜਿਹੜਾ ਜਰਮਨ ਦਾ ਸੀਗਾ ਕਿੰਗ ਸੀਗਾ, ਪ੍ਰਾਈਮ ਮਿਨਿਸਟਰ ਸੀਗਾ, ਉਹਨੇ ਸਰੈਂਡਰ ਕਰ ਦਿੱਤਾ। ਜਾਪਾਨ ਦਾ ਸੀਗਾ, ਉਹਨੇ ਵੀ ਸਰੈਂਡਰ ਕਰ ਦਿੱਤਾ। ਔਰ 11 ਨਵੰਬਰ, ਇਹਨੂੰ ਕਹਿੰਦੇ 11 ਨਵੰਬਰ 11ਵੇਂ ਘੰਟੇ 'ਤੇ ਜਾਂ 11ਵੇਂ ਮਿੰਟ ਦੇ ਉੱਤੇ ਜਿੱਦਾਂ ਪਾਣੀ ਸਮੁੰਦਰਾਂ ਦਾ ਵੀ ਖੜ ਜਾਂਦਾ, ਇਹ ਦਿਨ ਜਿਹੜਾ ਹਰ ਸ਼ਹਿਰ ਦੇ ਵਿੱਚ ਜਗ੍ਹਾ ਬਣਾਈਆਂ ਉੱਥੇ ਦੇ ਜਿਹੜੇ ਆ ਮੇਅਰ ਜਿਹੜੇ ਆ, ਮੈਂ ਖੁਦ ਆਪ ਫੁੱਲ ਚਾੜਦਾ ਰਿਹਾ ਫੋਰ ਯੂਅਰ ਇਨਫੋਰਮੇਸ਼ਨ ਪਿਆਰੇ ਦਰਸ਼ਕੋ, ਇਹ ਆ ਕਿ ਉੱਥੇ ਜਿਹੜਾ ਸ਼ਹਿਰ ਦਾ ਮੇਅਰ ਆ ਉਹ ਪਹਿਲਾਂ ਫੁੱਲ ਚਾੜਦਾ। ਉਸ ਤੋਂ ਬਾਅਦ ਜਿਹੜੇ ਸ਼ਹਿਰ ਦੇ ਬੜੇ ਬੜੇ VIP ਹੁੰਦੇ ਆ, ਮਿਲਟਰੀ ਦੇ ਕਮਾਂਡਰ ਆਏ ਹੁੰਦੇ, ਜੇ ਲਾਗੇ ਹੋਵੇ ਸਾਡੇ ਲਾਗੇ ਕਾਸਫੋਰਡ 에ਅਰਪੋਰਟ ਸੀਗਾ, ਉਹਨਾਂ ਦੇ ਆਏ ਹੁੰਦੇ ਸੀਗੇ। ਔਰ ਬੜੇ ਬਾਜਿਆਂ ਗਾਜਿਆਂ ਦੇ ਨਾਲ ਆਉਂਦੇ ਆ ਮਿਲਟਰੀ, 에ਅਰਫੋਰਸ ਜਾਂ ਫਾਇਰ ਬ੍ਰਿਗੇਡ। ਔਰ ਅੱਜ ਤੁਸੀਂ ਹਮੇਸ਼ਾ ਦੇਖਿਆ ਹੋਣਾ ਹਰ ਸਾਲ ਇਸ ਦਿਨ ਦੇ ਉੱਤੇ ਰਾਣੀ ਜਿਹੜੀ ਹੈਗੀ ਆ ਲੰਡਨ ਦੇ ਵਿੱਚ, ਜਿਹੜੀ ਉੱਥੇ ਯਾਦਗਾਰ ਹੈਗੀ ਆ, ਉੱਥੇ ਫੁੱਲ ਚਾੜਦੀ ਹੈ। ਜੇ ਉਹ ਆਪ ਨਾ ਚਾੜੇ ਤਾਂ ਉਹਦਾ ਨੁਮਾਇੰਦਾ ਜਿਹੜਾ ਸ਼ਾਹੀ ਪਰਿਵਾਰ ਤੋਂ ਹੁੰਦਾ, ਲੜਕਾ ਹੁੰਦਾ ਜਾਂ ਕੋਈ ਹੋਰ ਹੁੰਦਾ। ਔਰ ਕਾਮਨਵੈਲਥ ਦੇ ਜਿਹੜੇ ਹੈਡਸ ਹੈਗੇ ਆ, ਕਾਮਨਵੈਲਥ ਦੇ ਹੈਡ ਹੈਗੇ ਆ, ਉਹ ਰਾਣੀ ਦੇ ਨਾਲ ਹੁੰਦੇ ਆ। ਕਈ ਵਾਰੀ ਉੱਥੇ ਪ੍ਰਾਈਮ ਮਿਨਿਸਟਰ ਦਾ ਪ੍ਰੈਜ਼ੀਡੈਂਟ ਹੁੰਦਾ, ਨਹੀਂ ਤਾਂ ਉਹਨਾਂ ਦੇ ਹਾਈ ਕਮਿਸ਼ਨਰ ਜਾਂ ਕੋਈ ਹੋਰ ਨੁਮਾਇੰਦਾ ਹੁੰਦਾ ਹੈਗਾ। ਸੋ ਪਿਆਰੇ ਦਰਸ਼ਕੋ 2 ਮਿੰਟ ਸਾਇਲੈਂਸ। ਔਰ ਹਰੇਕ ਮੁਲਕ ਦੇ ਜਿਹੜੇ ਜਾਂ ਹਰੇਕ ਆਰਗੇਨਾਈਜੇਸ਼ਨ ਦੇ ਜਿਹੜੇ ਝੰਡੇ ਆ ਉਹਨਾਂ ਨੂੰ ਡਾਊਨ ਕਰਦੇ ਆ। ਹਾਂਜੀ 2 ਮਿੰਟ ਲਈ। ਹਾਂਜੀ ਤੁਸੀਂ ਕੁਝ ਕਹਿਣਾ ਸੀ? ਥੈਂਕ ਯੂ ਵੈਰੀ ਮਚ। ਤੁਸੀਂ ਕਾਫੀ ਡਿਟੇਲਸ ਦੇ ਵਿੱਚ ਦੱਸਿਆ ਹੈਗਾ ਕਿ ਵਰਲਡ ਵਾਰ ਫਸਟ ਔਰ ਵਰਲਡ ਵਾਰ 2 ਦੇ ਵਿੱਚ ਬਹੁਤ ਸਾਰੇ ਲੋਕ ਸ਼ਹੀਦ ਹੋਏ। ਜਦੋਂ ਆਪਾਂ ਵਰਲਡ ਵਾਰ ਇਹਦੇ ਵਿੱਚ ਆਪਾਂ ਜਿਹੜਾ ਇੱਕ ਪਹਿਲੂ ਹੈਗਾ ਆ ਐਕਚੁਅਲੀ ਇਹਦੇ ਵਿੱਚ ਭਾਰਤੀ ਲੋਕਾਂ ਨੇ ਵੀ ਬਹੁਤ ਹਿੱਸਾ ਲਿਆ, ਭਾਰਤੀ ਸੋਲਜਰਸ ਨੇ। ਬਿਲਕੁਲ। ਔਰ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ। ਕਿ ਅੰਗਰੇਜ਼ ਵੀ ਕਹਿੰਦੇ ਸੀ ਕਿ ਪੰਜਾਬ ਇੱਕ ਨਰਸਰੀ ਹੈ ਜਿੱਥੋਂ ਕਿ ਫੌਜੀ ਪੈਦਾ ਹੁੰਦੇ, ਬਹਾਦਰ ਫੌਜੀ ਜਿਹੜੇ ਮਤਲਬ ਵਧੀਆ ਹੈਗੇ ਉਹ ਹੈਗੇ। ਹੁਣ ਇੱਕ ਇਨਫੋਰਮੇਸ਼ਨ ਦੇ ਮੁਤਾਬਕ ਇਹ ਹੈ ਕਿ ਪੰਜਾਬ ਜਿਹੜੇ ਪਹਿਲੀ ਵਰਲਡ ਵਾਰ ਦੇ ਵਿੱਚ, ਫਸਟ ਵਰਲਡ ਵਾਰ ਦੇ ਵਿੱਚ 3,20,000 ਪੰਜਾਬੀ ਉਹਨਾਂ ਨੇ ਹਿੱਸਾ ਲਿਆ। ਮਤਲਬ ਔਰ ਉਹਦੇ ਵਿੱਚੋਂ ਜੇ ਆਪਾਂ ਸਿਰਫ 3 ਜ਼ਿਲ੍ਹਿਆਂ ਦਾ ਨਾਂ ਲਈਏ ਨਾ, ਜਿਹਦੇ ਵਿੱਚ ਜਲੰਧਰ, ਲੁਧਿਆਣਾ ਤੇ ਸਿਆਲਕੋਟ। ਸਿਆਲਕੋਟ ਅੱਜ ਕੱਲ੍ਹ ਜਿਹੜਾ ਮਤਲਬ ਹੋਏਗਾ ਪਾਕਿਸਤਾਨ ਦੇ ਵਿੱਚ ਆ ਗਿਆ। ਇਹਨਾਂ 3 ਜ਼ਿਲ੍ਹਿਆਂ ਦੇ ਵਿੱਚੋਂ 45,000 ਬੰਦੇ ਮਤਲਬ ਫੌਜੀ ਜਿਹੜੇ ਸੀਗੇ ਉਹ ਪਹਿਲੀ ਸ਼ਹੀਦ ਹੋਏ, ਪਹਿਲੀ ਜਿਹੜੀ ਵਰਲਡ ਵਾਰ ਫਸਟ ਦੇ ਵਿੱਚ ਸ਼ਹੀਦ ਹੋਏ। ਮਤਲਬ ਜਿਹਦਾ ਕਿ ਆਪਾਂ ਨੂੰ ਪਤਾ ਨਹੀਂ, ਉਹਦਾ ਟੋਟਲ ਉਹ ਕਹਿੰਦੇ ਕਿ 3,20,000 ਲੋਕ ਮਤਲਬ ਫੌਜੀਆਂ ਨੇ ਜਿਹੜਾ ਹਿੱਸਾ ਲਿਆ ਫਸਟ ਵਰਲਡ ਵਾਰ ਦੇ ਵਿੱਚ। ਉਹਦੇ 'ਚ ਬਹੁਤ ਸਾਰੇ ਸ਼ਹੀਦ ਹੋਏ ਆ। ਇਸੇ ਤਰ੍ਹਾਂ ਪਿਆਰੇ ਦਰਸ਼ਕੋ ਜਿਹੜੀ ਦੂਜੀ ਵਰਲਡ ਵਾਰ ਸੀਗੀ ਉਹਦੇ ਵਿੱਚ 4 ਲੱਖ ਤੋਂ ਉੱਤੇ ਜਿਹੜੇ ਇੰਡੀਅਨ, ਕਿਉਂਕਿ ਬ੍ਰਿਟਿਸ਼ ਦਾ ਰਾਜ ਸੀਗਾ ਔਰ ਉਹ ਬ੍ਰਿਟਿਸ਼ ਲਈ ਲੜਦੇ ਸੀਗੇ। 4 ਲੱਖ ਤੋਂ ਉੱਤੇ ਫੌਜੀ ਜਿਹੜੇ ਹੈਗੇ ਆ, ਖਾਸ ਤੌਰ 'ਤੇ ਅਫਰੀਕਾ ਦੇ ਵਿੱਚ ਜਾਂ ਫਰਾਂਸ ਦੇ ਵਿੱਚ, ਉਹਨਾਂ ਦੇ ਉੱਤੇ ਇਹਨਾਂ ਬਾਰਡਰਾਂ 'ਤੇ ਲੜਦੇ ਸਨ। ਔਰ ਜਿਹੜੀ ਫਸਟ ਵਰਲਡ ਵਾਰ ਹੈ ਉਹਦੀ ਫਿਗਰ ਇਹ ਆਉਂਦੀ ਹੈਗੀ ਆ ਕਿ ਤਕਰੀਬਨ 75,000 ਤੋਂ ਲਾ ਕੇ 80,000 ਤੱਕ ਦਵਿੰਦਰ ਜੀ ਜਿਹੜੇ ਇੰਡੀਅਨ ਫੌਜੀ ਉਹ ਸ਼ਹੀਦ ਹੋਏ ਫਸਟ ਵਰਲਡ ਵਾਰ ਦੇ ਵਿੱਚ। ਔਰ
ਔਰ ਦੂਜੀ ਜਿਹੜੀ ਹੈਗੀ ਆ ਲੜਾਈ ਜਿਹੜੀ ਆ ਸੈਕੰਡ ਵਰਲਡ ਵਾਰ, ਉਹਦੇ ਵਿੱਚ 80,000 ਤੋਂ 90,000 ਤੱਕ ਜਿਹੜੇ ਫੌਜੀ ਸ਼ਹੀਦ ਹੋਏ ਆ। ਸੋ ਸਾਡੇ ਦੱਸਣ ਦਾ ਮਕਸਦ ਇਹ ਹੈਗਾ ਕਿ ਇਹ ਜਿਹੜਾ ਪਿਆਰੇ ਦਰਸ਼ਕੋ ਰਿਮੈਂਬਰੈਂਸ ਡੇ ਹੈਗਾ, ਪੱਪੀ ਡੇ ਜਿਹਨੂੰ ਕਹਿੰਦੇ ਆ, ਇਹ ਸਿਰਫ ਅੰਗਰੇਜ਼ਾਂ ਦਾ ਜਾਂ ਯੂਰਪੀਅਨ ਕੰਟਰੀਆਂ ਦਾ ਨਹੀਂ ਹੈਗਾ, ਇਹ ਸਾਡਾ ਵੀ ਹੈ। ਕਿਉਂਕਿ ਸਾਡੇ ਮੁਲਕ ਦਾ ਜਿਹੜਾ ਭਾਰਤ ਦੇਸ਼ ਹੈਗਾ, ਪਾਕਿਸਤਾਨ ਵੀ ਨਾਲ ਹੈਗਾ, ਉਹ ਫੌਜੀਆਂ ਦਾ ਵੀ ਇਹਨਾਂ ਲੜਾਈਆਂ ਦੇ ਵਿੱਚ ਖੂਨ ਜਿਹੜਾ ਹੈਗਾ ਉਹ ਵਗਿਆ ਆ, ਸ਼ਹੀਦੀਆਂ ਪਾਈਆਂ ਆ। ਬੇਸ਼ੱਕ ਉਹ ਬ੍ਰਿਟਿਸ਼ ਕਰਾਊਨ ਲਈ ਲੜਦੇ ਸਨ। ਫੋਟੋ ਆ ਰਹੀ ਦੇਖੋ ਸਰਦਾਰਾਂ ਦੀ, ਵਰਲਡ ਵਾਰ ਪਹਿਲੀ ਜਿਹੜੀ ਫਸਟ ਵਰਲਡ ਵਾਰ ਦੀ ਹੈ ਨਾ, ਪਹਿਲੀ ਵਰਲਡ ਵਾਰ ਦੀਆਂ ਫੋਟੋਆਂ ਆ ਰਹੀਆਂ ਪਿਆਰੇ ਦਰਸ਼ਕੋ। ਔਰ ਇਹ ਹੈਗਾ ਕਿ ਸਾਨੂੰ ਵੀ ਇਹ ਜ਼ਰੂਰੀ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸੀਏ। ਬ੍ਰਾਈਟਨ ਦੇ ਵਿੱਚ ਜਿਹੜੇ ਹੈਗੇ ਉੱਥੇ ਸੀਗਾ ਹਸਪੀਟਲ, ਹਸਪੀਟਲ ਨਹੀਂ ਚਰਚ ਸੀਗਾ, ਅੱਛਾ, ਉਹਦੇ ਵਿੱਚ ਹੀ ਮਤਲਬ ਬਣਾਇਆ ਤੇ ਉਹਦਾ ਹਸਪੀਟਲ ਬਣਾਇਆ ਸੀਗਾ। ਬਿਲਕੁਲ ਹੈ ਕਨਵਰਟਡ, ਜਿੱਦਾਂ ਕਰੋਨਾ ਵਾਇਰਸ ਦੇ ਟਾਈਮ ਤੇ ਕਈ ਜਗ੍ਹਾ ਜਿਹੜੀ ਉੱਦਾਂ ਹੀ ਸੀਗੇ ਹਾਲ ਸੀਗੇ, ਜਿੱਦਾਂ 에ਅਰਪੋਰਟ ਵੀ ਬਰਮਿੰਘਮ ਦਾ ਸੀਗਾ, ਉੱਥੇ ਵੀ ਮਤਲਬ ਇੰਤਜ਼ਾਮ ਕੀਤਾ ਹੈ ਹਸਪੀਟਲ ਦਾ ਜਾਂ ਮੋਚਰੀ ਦਾ। ਸੋ ਇਸੇ ਤਰ੍ਹਾਂ ਪਿਆਰੇ ਦਰਸ਼ਕੋ ਮੈਂ ਇਹ ਗੱਲ ਕਹਿੰਦਾ ਸੀਗਾ ਕਿ ਇਹ ਸਿਰਫ ਬ੍ਰਿਟੇਨ ਜਾਂ ਯੂਰਪੀਅਨ ਕੰਟਰੀ ਲਈ ਇਹਦੀ ਇੰਪੋਰਟੈਂਸ ਨਹੀਂ ਹੈਗੀ, ਇਹਦੀ ਇੰਪੋਰਟੈਂਸ ਸਾਡੇ ਲਈ ਵੀ ਹੈ। ਸਾਡੇ ਬੱਚਿਆਂ ਨੂੰ ਇਹਨਾਂ ਪਤਾ ਹੋਣਾ ਚਾਹੀਦਾ ਕਿ ਵਰਲਡ ਵਾਰਾਂ ਹੋਈਆਂ ਔਰ ਉਹਦੇ ਵਿੱਚ ਭਾਰਤ ਦਾ ਵੀ ਖੂਨ ਡੁੱਲਿਆ। ਔਰ ਮੇਨ ਗੱਲ ਇਹ ਸੀਗੀ ਜਿਹੜਾ ਉਹ ਲੜਦੇ ਸੀਗੇ ਸੈਕੰਡ ਵਰਲਡ ਵਾਰ ਦਾ ਜਿਹੜਾ ਮੁੱਦਾ ਇਹ ਸੀਗਾ ਕਿ ਉੱਥੇ ਡਿਸਕ੍ਰਿਮੀਨੇਟਰੀ ਤੌਰ ਦੇ ਉੱਤੇ ਹਿਟਲਰ ਨੇ ਇਹ ਆ ਕਿ ਜਿਉ ਖਤਮ ਕਰਨੇ ਸ਼ੁਰੂ ਕੀਤੇ। ਬਿਲਕੁਲ ਹਾਂਜੀ, ਪਿੰਨ ਭੇਜ ਸੀਗਾ। ਆ ਜਿਹੜੀ ਮੇਨ ਚੀਜ਼ ਇਹ ਆ ਕਿ ਜਿਹੜੀਆਂ ਲੜਾਈਆਂ ਹੋਈਆਂ ਕਾਹਦੇ ਲਈ ਆ ਕਰਕੇ, ਜੇ ਮਤਲਬ ਹਿਟਲਰ ਜਿੱਤ ਜਾਂਦਾ ਤਾਂ ਫਿਰ ਦੁਨੀਆ ਅੱਜ ਕਿੱਦਾਂ ਦੀ ਹੁੰਦੀ। ਬਿਲਕੁਲ। ਹੁਣ ਜਿਹੜੀ ਅਸੀਂ ਡੈਮੋਕ੍ਰੇਸੀ ਦੇ ਵਿੱਚ ਜੀਂਦੇ ਹੈਗੇ ਆ, ਸਾਨੂੰ ਹੱਕ ਹਕੂਕ ਹੈਗੇ ਆ, ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੈਗੇ, ਆਪਣੇ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹੈਗੇ। ਔਰ ਜੇ ਹਿਟਲਰ ਹੁੰਦਾ ਤੇ ਉਹ ਤਾਂ ਕਹਿੰਦਾ ਸੀ ਸਿਰਫ ਉਹਦੇ ਵਰਗੇ ਬੰਦੇ ਚਾਹੀਦੇ ਜਿਹਦੇ ਬਾਕੀ ਸਾਰਿਆਂ ਨੂੰ ਖਤਮ ਕਰ ਦਿਓ। ਬਿਲਕੁਲ ਹਾਂਜੀ। ਸੋ ਪਤਾ ਨਹੀਂ ਕੀ ਹੋਣਾ ਸੀਗਾ। ਸੋ ਇਸ ਮਤਲਬ ਲੋਕ ਜਿਨ੍ਹਾਂ ਨੇ ਵੀ ਸ਼ਹੀਦੀਆਂ ਪਾਈਆਂ, ਚਾਹੇ ਉਹ ਕਿਸੇ ਵੀ ਮੁਲਕ ਦੇ ਸੀਗੇ, ਉਹਨਾਂ ਨੂੰ ਯਾਦ ਕਰਨਾ, ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਸਾਡਾ ਫਰਜ਼ ਬਣਦਾ, ਬਿਲਕੁਲ ਕਰਨਾ ਚਾਹੀਦਾ ਹੈਗਾ। ਔਰ ਨਾਲ ਹੀ ਇਹ ਹੈਗਾ ਭਾਈ ਦੇਖੋ, ਜਿਹੜੀ ਮੈਂ ਗੱਲ ਕਰਦਾ ਦਵਿੰਦਰ ਜੀ ਭਾਈ, ਇਹ ਆ ਕਿ ਰਿਲੀਜੀਅਸ ਤੌਰ 'ਤੇ ਜਾਂ ਇੱਕ ਕਮਿਊਨਲ ਤੌਰ ਦੇ ਉੱਤੇ ਹਿਟਲਰ ਦੀ ਹੇਟ ਸੀਗੀ, ਨਫ਼ਰਤ ਸੀਗੀ ਕਿ ਆਹ ਕੌਮ ਜਿਹੜੀ ਇਹਦਾ ਮੈਂ ਖਾਤਮਾ ਕਰ ਦੇਣਾ ਹੈ ਜੀ, ਔਰ ਜੀਉ ਦਾ ਖਾਤਮਾ ਕਰ ਦੇਣਾ। ਔਰ ਕੰਸਨਟ੍ਰੇਸ਼ਨ ਕੈਂਪ ਜਿਹੜੇ ਆ, ਉਹ ਕੈਂਪ ਇੱਦਾਂ ਸੀਗੇ ਕਿ ਥੱਲੇ ਭੋਰਿਆਂ ਦੇ ਵਿੱਚ ਉਹਨਾਂ ਨੂੰ ਬਾੜ ਕੇ ਗੈਸ ਚੈਂਬਰ ਦੇ ਵਿੱਚ ਗੈਸ ਚੈਂਬਰ ਬਣਾ ਕੇ ਬਹੁਤ ਹੀ ਬੇਰਹਿਮੀ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਮਰਡਰ ਕੀਤਾ ਗਿਆ, ਲੂਏ ਗਏ ਔਰ ਉਹਨਾਂ ਦਾ ਕਤਲੇਆਮ ਕੀਤਾ ਗਿਆ। ਅਸੀਂ ਕਈ ਦਫਾ ਇਹ ਆ ਕਿ ਆਪਣੇ ਇੰਡੀਅਨ ਪ੍ਰੈਸ ਦਾ ਬਹੁਤ ਘੱਟ, ਜਿਹੜੀ ਫੋਰਨ ਪ੍ਰੈਸ ਹੈਗੀ ਜਾਂ ਸੋਸ਼ਲ ਮੀਡੀਆ, ਉਹ ਭਾਰਤ ਦੀ ਜਿਹੜੀ ਮੌਜੂਦਾ ਸਿਚੁਏਸ਼ਨ ਆ ਉਹਨੂੰ ਹਿਟਲਰ ਦੀ ਪਾਲਿਸੀ ਦੇ ਨਾਲ ਉਹ ਜੋੜਦੇ ਆ ਔਰ ਕੰਪੇਅਰ ਕਰਦੇ ਆ। ਹਿਟਲਰ ਜਿਹੜਾ ਉਹ ਆਪਣੇ ਨੂੰ ਕਹਿੰਦਾ ਵੀ ਸਾਡੀ ਰੇਸ ਜਿਹੜੀ ਉਹ ਸੁਪਰੀਮ ਹੈਗੀ, ਬਾਕੀ ਸਾਰੇ ਜਿਹੜੇ ਉਹ ਥੱਲੇ ਦੇ ਦਰਜੇ ਦੇ ਆ, ਬਿਲਕੁਲ ਉਹਨਾਂ ਨੂੰ ਜੀਣ ਦਾ ਹੱਕ ਨਹੀਂ ਹੈਗਾ। ਬਿਲਕੁਲ, ਜੇ ਕੋਈ ਕੁਸ਼ਕਦਾ ਤਾਂ ਉਹਨੂੰ ਦਬਾ ਦਿਓ। ਬਿਲਕੁਲ। ਔਰ ਇਹੀ ਚੀਜ਼ ਇੱਕ ਨਸਲ ਇੰਡੀਆ ਦੇ ਵਿੱਚ ਵੀ ਇਹੋ ਜਿਹੀ ਆ ਜਿਹੜੀ ਕਿ ਇਹ ਸੋਚਦੀ ਕਿ ਅਸੀਂ ਸੁਪਰੀਮ ਆ। ਹਾਂਜੀ, ਬਾਕੀਆਂ ਕੋਲ ਹੱਕ ਨਹੀਂ ਹੋਣੇ ਚਾਹੀਦੇ, ਜਿਹੜੇ ਸਾਡੇ ਕੋਲ ਹੈਗੇ ਉਹ ਸਾਡੇ ਵਾਸਤੇ ਰਿਜ਼ਰਵ ਆ। ਬਿਲਕੁਲ ਇਹੋ ਹੀ ਗੱਲ, ਮਤਲਬ ਕਈ ਸਦੀਆਂ ਤੇ ਮਤਲਬ ਇਸ ਤਰੀਕੇ ਨਾਲ ਹੀ ਕੀਤਾ ਹੈਗਾ। ਤੇ ਅੱਜ ਕੱਲ੍ਹ ਜੇ ਕਿਸੇ ਨੂੰ ਮਤਲਬ ਉਹਨਾਂ ਦੇ ਅੱਗੇ 100% ਆਰਕਸ਼ਣ ਉਹਨਾਂ ਦੇ ਕੋਲ ਸੀ, ਰਿਜ਼ਰਵੇਸ਼ਨ ਲੈਂਦੇ, ਹੁਣ ਉਹਦੇ ਵਿੱਚੋਂ ਥੋੜ੍ਹਾ ਜਿਹਾ ਜੇ ਕੋਈ ਹੋਰ ਲੈਂਦਾ ਉਹਨੂੰ ਤਕਲੀਫ ਹੁੰਦੀ ਆ। ਬਿਲਕੁਲ ਬਿਲਕੁਲ। ਪਰ ਹੁਣ ਜਿੱਦਾਂ ਡੈਮੋਕ੍ਰੇਸੀ ਹੋਣ ਕਰਕੇ, ਕਨਸਟੀਟਿਊਸ਼ਨ ਹੋਣ ਕਰਕੇ, ਜੇ ਇਸ ਤਰੀਕੇ ਨਾਲ ਉਹ ਕਰਦੇ ਆ, ਮਤਲਬ ਕਰਨਾ ਚਾਹੁੰਦੇ ਆ, ਉਸ ਤਰੀਕੇ ਨਾਲ ਕਰਨ ਵਿੱਚ ਉਹ ਮਤਲਬ ਈਜ਼ੀ ਨਹੀਂ ਹੈ ਉਹਨਾਂ ਲਈ ਕਰਨਾ। ਕੋਸ਼ਿਸ਼ ਤਾਂ ਕਰਦੇ ਹੈਗੇ ਆ ਵੀ ਉਹ ਵੀ ਕੀਤਾ ਜਾਵੇ, ਉਹਨਾਂ ਨੂੰ ਫੇਰ ਦਬਾਇਆ ਜਾਵੇ ਮੁੜ ਕੇ। ਹਿਟਲਰ ਵਾਲੀ ਸੋਚ ਹੀ ਹੈਗੀ, ਜਿੱਦਾਂ ਤੁਸੀਂ ਕਹਿੰਦੇ ਕਿ ਇੱਧਰਲਾ ਮੀਡੀਆ ਜਿਹੜਾ ਉਹ ਲਿਖਦਾ ਹੈਗਾ, ਕਿਉਂਕਿ ਉੱਥੇ ਦਾ ਮੀਡੀਆ ਤਾਂ ਬੋਲਦਾ ਨਹੀਂ ਇਸ ਗੱਲ 'ਤੇ। ਬਿਲਕੁਲ ਬਿਲਕੁਲ। ਉੱਥੇ ਦਾ ਮੀਡੀਆ ਤਾਂ ਉਹਨਾਂ ਦੇ ਕੋਲ ਹੀ ਹੈਗਾ, ਗੋਦੀ ਮੀਡੀਆ ਬਣਿਆ, ਮੋਦੀ ਮੀਡੀਆ ਬਣਿਆ, ਔਰ ਪ੍ਰੈਸ ਵੀ ਜਿਹੜੀ ਹੈਗੀ ਸਾਰੀ ਉਹਨਾਂ ਦੇ ਕੋਲ ਹੀ ਹੈਗੀ ਆ। ਸੋ ਦੇ ਡੋਂਟ ਟੋਕ ਅਬਾਊਟ ਦੈਟ। ਦੇਖੋ ਗੱਲ ਇਹ ਹੈਗੀ ਹੈ ਦਵਿੰਦਰ ਜੀ ਕਿ ਤਕਰੀਬਨ ਬਾਬਾ ਸਾਹਿਬ ਨੇ ਵੀ
ਇਹ ਆ ਕਿ ਅੱਧੀ ਸਦੀ ਤੋਂ ਜ਼ਿਆਦਾ ਸੰਘਰਸ਼ ਕੀਤਾ। ਗੁਰੂਆਂ ਪੀਰਾਂ ਨੇ ਵੀ ਸੰਘਰਸ਼ ਕੀਤਾ, ਗੁਰੂ ਨਾਨਕ ਦੇਵ, ਗੁਰੂ ਰਵਿਦਾਸ ਜੀ, ਭਗਤ ਕਬੀਰ ਜੀ, ਇਹਨਾਂ ਨੇ ਵੀ ਜਾਤ ਪਾਤ ਔਰ ਧਰਮ ਦੀ ਨਫ਼ਰਤ ਦੇ ਖਿਲਾਫ ਹਾਂਜੀ ਔਰ ਔਰਤ ਦੇ ਜਿਹੜੇ ਪੂਰੇ ਹੱਕਾਂ ਲਈ ਉਹ ਲੜੇ ਹਾਂਜੀ। ਔਰ ਜਿਨ੍ਹਾਂ ਨੂੰ ਕੋਈ ਪੈਰ ਦੀ ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਦਾਂ ਉਹ ਸਮਝਦੇ ਸਨ ਔਰਤ ਨੂੰ ਹਾਂਜੀ ਔਰ ਦਬਾਈ ਰੱਖਿਆ। ਔਰ ਅੱਜ ਦਾ ਜਿਹੜਾ ਤਸ਼ੱਦਦ ਹੈਗਾ ਇੰਡੀਆ 'ਚ ਹਾਲੇ ਵੀ ਚੱਲਦਾ ਭਈ ਕਿਸੇ ਨੂੰ ਤਾਂ ਇਹ ਆ ਵੀ ਕੋਈ ਕਿਸੇ ਕਿਸਮ ਦਾ ਚੋਰੀ ਦਾ ਨਾਂ ਲਾ ਕੇ ਉਹਨੂੰ ਮਾਰ ਵੱਢ ਦਿੱਤਾ ਜਾਂਦਾ ਔਰ ਕਿਸੇ ਨੂੰ ਇਹ ਆ ਕਿ ਕਹਿੰਦੇ ਜੀ ਇਹ ਗਊ ਮਾਸ ਖਾਂਦਾ ਉਹਨੂੰ ਵੱਢ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ ਕਰਦੇ ਆ। ਔਰ ਇਹ ਆ ਕਿ ਜਿਸਲੇ ਨੈਸ਼ਨੈਲਿਟੀ ਦਾ 2 ਸਾਲ ਪਹਿਲੇ ਰੌਲਾ ਪਿਆ ਉਹਨੂੰ ਕਹਿੰਦੇ ਕਿ ਇਹ ਅੱਤਵਾਦੀ ਆ। देखो ना अलग अलग तुहमत ला के एक किस्म का ओपरेशन है, लोगों को दबाई रखना और मारना। चलो एक ये गल हैगी आ, दूसरी नाल ये आ चलाई उन्होंने कि इन्हों पढ़न का हक ना दिओ, जे पढ़ गए तो ये विद्वान बन जाने, इन्हों अकल आ जानी आ, सोचण लग पैना। इन्हों अनपढ़ रखो, अनपढ़ रखने का उन्होंने तरीका की आ कि जिहड़ी प्राइमरी एजुकेशन ये उदा ही खत्म कर दिओ, प्राइवेट स्कूल चला दिओ, जिहड़ी हायर एजुकेशन है ਉਹਨੂੰ ਤੁਸੀਂ ਪ੍ਰਾਈਵੇਟ ਕਰ ਦਿਓ ਹੈ ਜੀ, ਉਹ ਤਾਂ ਕਰ ਹੀ ਦਿੱਤੀ। ਪ੍ਰਾਇਮਰੀ ਵਿੱਚ ਜੇ ਪਨੀਰੀ ਨਹੀਂ ਹੈਗੀ ਤਾਂ ਉੱਥੋਂ ਦਰਖਤ ਕਿੱਥੋਂ, ਪੌਦੇ ਕਿੱਥੋਂ ਬਣਨੇ? ਉਹਨਾਂ ਨੇ 8ਵੀਂ ਦੇ ਦੇਖੋ ਨਾ ਪੰਜਾਬ ਦੇ ਵਿੱਚ 8ਵੀਂ ਦਾ ਇਮਤਿਹਾਨ ਖਤਮ ਕਰ ਦਿੱਤਾ। ਜਦ ਪਨੀਰੀ ਡਿਸਟਰੋਏ ਕਰ ਦੇਣੀ ਆ ਹਾਂ ਤੇ ਉੱਥੋਂ ਗਾਂ ਫਸਲ ਕਿੱਥੋਂ ਹੋਣੀ ਆ? ਹਾਂ ਯੂ ਨੋ ਸੋ ਦੈਟਸ ਵਾਟ ਦੇ ਆਰ ਡੂਇੰਗ। ਵੀ ਜਿਹੜੇ ਸਰਕਾਰੀ ਸਕੂਲ ਆ, ਪ੍ਰਾਇਮਰੀ ਸਕੂਲ ਆ, ਉਹਨਾਂ ਬੰਦ ਕਰ ਦਿਓ। ਜੇ ਚੱਲਦੇ ਵੀ 8ਵੀਂ ਤੱਕ ਇਗਜ਼ਾਮ ਕੋਈ ਨਹੀਂ ਹੈ, ਕੋਈ ਟੈਸਟ ਨਹੀਂ ਹੈ ਤੇ 8ਵੀਂ ਤੱਕ ਉਹ ਹੋ ਜਾਂਦੇ, ਉਹਨੂੰ ਸੈਂਟੈਂਸ ਨਹੀਂ ਲਿਖਣਾ ਆਉਂਦਾ ਹੁੰਦਾ। ਬਿਲਕੁਲ ਬਿਲਕੁਲ। और दूजे पासे ਜਿਹੜੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈਗੇ ਉਹ ਇੱਕ ਸਪੈਸ਼ਲ ਨਸਲ ਬਣ ਕੇ ਉੱਭਰਦੇ ਹੈਗੇ ਆ। ਸੋ ਪਿਆਰੇ ਦਰਸ਼ਕੋ, ਜੇ ਤੁਸੀਂ ਹਿੱਸਾ ਲੈਣਾ ਇਸ ਟੌਪਿਕ ਤੇ ਜੀ ਸਦਕੇ, ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਭੀਮ, ਜੈ ਗੁਰਦੇਵ ਸਰਕਾਰ। ਮੈਂ ਦੀਵਾਨ ਮਹਿੰਦਰਾ ਬੋਲ ਰਿਹਾ। ਦੀਵਾਨ ਸਾਹਿਬ ਤੁਹਾਡਾ ਸਵਾਗਤ ਹੈ, ਵੌਇਸ ਆਫ ਇੰਡੀਆ ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਦੋਨਾਂ ਭਰਾਵਾਂ ਨੂੰ ਦੇਖ ਕੇ ਰੂਹ ਬੜੀ ਖੁਸ਼ ਹੋ ਰਹੀ ਆ। ਇਹ ਕਰੀਮਪੁਰੀ ਦੇ ਨਾਲ ਮੁਲਾਕਾਤ ਹੋਈ ਸੀ, ਉਹਨਾਂ ਨਾਲ ਆਮ ਤੌਰ ਤੇ ਗੱਲ ਹੁੰਦੀ ਰਹਿੰਦੀ ਸੀਗੀ ਜੀ। ਤੇ ਸਰਕਾਰ ਆਇਆ ਜੋ ਕੁਛ ਹੋਇਆ ਦੁਨੀਆ ਦੇ ਉੱਤੇ, ਇਹ ਕੋਈ ਰੱਬ ਨਾ ਕਰਨ ਵਾਲਾ ਨਾ ਕਰਾਉਣ ਵਾਲਾ ਆ, ਇਨਸਾਨ ਨਹੀਂ ਕੀਤਾ ਜੋ ਕੀਤਾ ਔਰ ਕਰ ਰਿਹਾ ਹੈਗਾ। ਉਹ ਚੰਗਾ ਸਵਰਗ ਬਣਾ ਸਕਦਾ ਜਾਂ ਨਰਕ ਬਣਾ ਸਕਦਾ। ਬਿਲਕੁਲ ਬਿਲਕੁਲ। ਉਹਦੇ ਬਾਰੇ ਇਹ ਉਹਨਾਂ ਨੇ ਕਰੀਮਪੁਰੀ ਸਾਹਿਬ ਨੇ ਲਿਖਿਆ ਹੈ। ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ 2-4 ਬਚਨ ਰੱਖਾਂ। ਜ਼ਰੂਰ ਜ਼ਰੂਰ। ਆਉਣ ਦਿਓ ਆਉਣ ਦਿਓ। ਕਹਿੰਦਾ, ਅਛੂਤਾ ਹੁਣ ਨਾ ਕਰ ਆਸਤਕ ਦੀ ਗੱਲ ਜੀ, ਹੁਣ ਕਰ ਸਿਰਫ ਨਾਸਤਕ ਹੋਣ ਦੀ ਗੱਲ। ਆਸਤਕ ਬਣ ਕੇ ਕੀ ਮਿਲਿਆ ਤੈਨੂੰ, ਸਿਰਫ ਕੁੱਤੇ ਦੀ ਜ਼ਿੰਦਗੀ ਦਾ ਫਲ। ਜੀ ਜੀ ਜੀ। ਹਜ਼ਾਰਾਂ ਸਾਲ ਤੂੰ ਨਰਕ ਹੰਢਾਇਆ, ਚੱਲ ਹੁਣ ਨਾਸਤਕ ਅੰਬੇਦਕਰ ਦੇ ਵੱਲ, ਜਿਸਨੇ ਤੈਨੂੰ ਮਨੂਵਾਦ ਤੋਂ ਛੁਡਾਇਆ, ਬੁੱਧ ਧਰਮ ਹੀ ਤੇਰੀ ਜ਼ਿੰਦਗੀ ਦਾ ਹੱਲ। ਬਣ ਬੋਧੀ ਜ਼ਿੰਦਗੀ ਇਨਸਾਨ ਦੀ ਤੂੰ ਪਾਲੇ ਜੀ, ਇਹੀ ਤੇਰਾ ਰਖਵਾਲਾ ਕਰ, ਇਸ ਤੇ ਤੂੰ ਚੱਲ। ਬੁੱਧਨ ਸ਼ਰਨ ਗਨ ਸ਼ਾਮੀ ਦਾ ਪਾਠ ਪੜ, ਮੋਹਨ ਕਰੀਮਪੁਰੀ ਫਿਰ ਸੰਸਾਰ ਦੀ ਯਾਤਰਾ ਤੇ ਚੱਲ। ਇਹ ਉਹਨਾਂ ਦਾ ਲਿਖਿਆ ਹੈ। ਥੈਂਕ ਯੂ। ਵੈਰੀ ਗੁੱਡ। ਥੈਂਕ ਯੂ। ਤੁਹਾਨੂੰ ਪਸੰਦ ਆਇਆ ਹੋਵੇਗਾ। ਥੈਂਕ ਯੂ ਦੀਵਾਨ ਜੀ, ਵੈਰੀ ਨਾਈਸ ਕਰੀਮਪੁਰੀ ਦੀ ਕਵਿਤਾ ਹੈ ਜੀ। ਤੇ ਪਿਆਰੇ ਦਰਸ਼ਕੋ, ਅਸੀਂ ਇਹ ਜਿਹੜਾ ਲਿੰਕ ਸੀਗਾ ਵਰਲਡ ਵਾਰ ਦਾ, ਖਾਸ ਤੌਰ ਤੇ ਸੈਕੰਡ ਵਰਲਡ ਵਾਰ ਦਾ, ਉਹ ਬਿਲਕੁਲ ਮੀਡੀਆ ਨੇ ਬਹੁਤ ਦਫਾ, ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ, ਮੀਡੀਆ ਨੇ ਬਹੁਤ ਦਫਾ ਕੰਪੇਅਰ ਕੀਤਾ ਹਿਟਲਰ ਔਰ ਮੋਦੀ ਨੂੰ। ਬਿਲਕੁਲ ਹੈ ਜੀ। ਕਈ ਪੋਸਟ ਵੀ ਹੈਗੇ ਆ ਇੱਦਾਂ, ਉਹਨਾਂ ਦੇ ਮਤਲਬ ਫੋਟੋ ਅੱਧੇ ਪਾਸੇ ਮੋਦੀ ਜੀ ਆ, ਅੱਧੇ ਪਾਸੇ ਹਿਟਲਰ ਜੀ ਆ, ਯੂ ਨੋ। ਤਾਂ ਉਹ ਲੱਗਦਾ ਵੀ ਜਿੱਦਾਂ ਉਹ ਕਈ ਤਾਂ ਇਹ ਕਹਿੰਦੇ ਆ ਕਿ ਹਿਟਲਰ ਕਹਿੰਦੇ ਆ ਕਿ ਆਪਣਾ ਬੱਚਾ ਇੱਥੇ ਛੱਡ ਗਿਆ ਯਾਰ, ਇੱਦਾਂ ਮੀਡੀਆ ਵਿੱਚ ਬਹੁਤ ਕੁਛ ਆਉਂਦਾ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਅੰਕਲ ਗਗਨ ਬੋਲ ਰਿਹਾ ਜੀ, ਕੋਵੈਂਟਰੀ ਤੋਂ। ਗਗਨ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਥੋੜਾ ਉੱਚਾ ਬੋਲਿਓ। ਥੈਂਕ ਯੂ ਵੈਰੀ ਮਚ। ਕਰ ਰਹੇ ਹਾਂ ਨਾ, ਚਲੋ ਕੰਪੈਰੀਜ਼ਨ ਆਪਾਂ ਕਰ ਰਹੇ ਹਾਂ ਇੰਡੀਆ ਤੇ ਇੱਥੇ ਆਪਣੇ ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਆਪਾਂ ਲੜਾਈ ਲੜੀ ਸੀਗੀ ਜੀ,
भी बंदा होवे, कोई भी इंसान होवे होवे ਜਿਹੜਾ ਬੰਦਾ ਨਾ ਕੱਟੜਪੰਥੀ ਵੱਲ ਨੂੰ ਚੱਲਦਾ, ਉਹ ਬੰਦਾ ਹਮੇਸ਼ਾ ਹੀ ਹਿਟਲਰ ਹੀ ਆ। ਉਹ ਜੀ ਇਹ ਵੀ ਹੋਵੇ, ਭਾਵੇਂ ਮੋਦੀ ਹੋਵੇ, ਭਾਵੇਂ ਕੋਈ ਹੋਰ ਹੋਵੇ, ਜਿਹੜੇ ਬੰਦੇ ਨਾ ਧਰਮ ਤੇ ਰਾਜਨੀਤੀ ਨੂੰ ਰਲਾ ਕੇ ਚੱਲਦੇ ਆ, ਉਹ ਬੰਦੇ ਫੇਲ ਆ। ਜੀ ਜੀ ਵੋਰ ਆਪਾਂ ਲੜੀ ਸੀ ਪਾਉਣ ਲਈ, ਜਿਹੜੇ ਇੰਡੀਆ ਦੇ ਲੋਕੀ ਸੀਗੇ, ਉਹਨੇ ਭਾਰਤ ਨੂੰ ਆਜ਼ਾਦੀ ਲੈਣ ਲਈ ਲੜੀ ਸੀਗੀ। ਅੰਗਰੇਜ਼ਾਂ ਦੀ ਕੰਡੀਸ਼ਨ ਸੀਗੀ ਇਹ। ਜੀ ਹਾਂਜੀ ਮਿਲੂਗੀ ਤੁਸੀਂ ਜੇ ਸਾਡੇ ਲਈ ਲੜੋਗੇ ਤਾਂ। ਤੇ ਉਹਦੇ ਵਿੱਚ ਮੈਂ ਇੱਕ ਗੱਲ ਕਲੀਅਰ ਕਰ ਦਵਾਂ, ਕੱਲਾ ਹਰ ਇੱਕ ਵਰਗ ਨਹੀਂ ਲੜਿਆ ਸੀ, ਲੜਿਆ ਸੀ ਜਿਹੜਾ ਆਜ਼ਾਦੀ ਚਾਹੁੰਦਾ ਸੀ। ਜੀ ਕੋਈ ਸ਼ੂਦਰ ਹੋਵੇ, ਕੋਈ ਦਲਿਤ ਹੋਵੇ, ਕੋਈ ਸਿੱਖ ਹੋਵੇ, ਜਿਹੜਾ ਮਰਜ਼ੀ ਹੋਵੇ, ਮੁਸਲਮਾਨ ਹੋਵੇ ਜੀ, ਮਾਮਲੇ 'ਚ ਹਿੱਸਾ ਲਿਆ ਸੀ, ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਜੀ ਜੀ ਇਹਨਾਂ ਤੇ ਰਾਜ ਕੌਣ ਕਰ ਰਿਹਾ? ਜਿਹੜੇ ਉਸ ਵੇਲੇ ਲੋਕ ਗਏ ਸੀਗੇ ਜੀ, ਰਾਜ ਉਹ ਕਰ ਰਹੇ ਆ, ਚਾਹੇ ਉਹ ਸਰਦਾਰ ਬੰਦੇ ਹੋਣ, ਚਾਹੇ ਉਹ ਬਾਹਮਣ ਬੰਦੇ ਹੋਣ, ਜੀ ਕੋਈ ਵੀ ਹੋਵੇ, ਉਹ ਬੰਦੇ ਰਾਜ ਕਰ ਰਹੇ ਜਿਹੜੇ ਉਸ ਵੇਲੇ ਨਾ ਲੋਕ ਗਏ ਸੀ ਨਾ ਕੰਮਾਂ ਤੋਂ। ਹਾਂਜੀ ਹਾਂਜੀ ਦੀ ਆਜ਼ਾਦੀ ਵਿੱਚ ਪੂਰਾ ਯੋਗਦਾਨ ਨਹੀਂ ਪਾਇਆ, ਉਹ ਲੋਕ ਅੱਜ ਰਾਜ ਕਰ ਰਹੇ ਆ। ਬਿਲਕੁਲ। ਕਿ ਅਸੀਂ ਸਮਾਜਿਕ ਤੌਰ ਤੇ ਬਹੁਤ ਪਛੜ ਗਏ ਸਾਰੇ। ਜੀ ਨਾ ਅਸੀਂ ਧਰਮ ਨੂੰ ਸਮਝ ਸਕੇ, ਨਾ ਅਸੀਂ ਰਾਜਨੀਤੀ ਨੂੰ ਸਮਝ ਸਕੇ, ਨਾ ਅਸੀਂ ਸਮਾਜ ਨੂੰ ਸਮਝ ਸਕੇ। ਬਿਲਕੁਲ ਹਾਂਜੀ ਆ ਧਰਮ ਅਸੀਂ ਚਲਾ ਲਏ, ਪਰ ਅਸੀਂ ਸਮਾਜ ਨੂੰ ਸਮਝਿਆ ਹੀ ਨਹੀਂ। ਜੀ ਦੀ ਕਦਰ ਕੀਤੀ ਨਹੀਂ ਕਿਸੇ ਨੇ। ਸਾਫ਼ ਸੁਥਰਾ ਲਿਖਿਆ ਹੋਇਆ, ਬਿਲਕੁਲ ਕਲੀਅਰ ਲਿਖਿਆ ਕਿ ਤੁਸੀਂ ਲਾਇਆ, ਬਾਕੀ ਸਭ ਕੁਝ ਬਾਅਦ ਚ। ਦਾਸ ਮਹਾਰਾਜ ਕਹਿੰਦੇ ਇਵੇਂ, ਬਾਬਾ ਸਾਹਿਬ ਕਹਿੰਦੇ ਇਵੇਂ ਹੀ, ਕਹਿੰਦੇ ਇਵੇਂ ਬਾਬਾ ਕਬੀਰ ਮਹਾਰਾਜ ਕਹਿੰਦੇ ਆ। ਜੀ ਜੀ ਕੋਈ ਗੱਲ ਕਿ ਅਸੀਂ ਦੁੱਧ ਵਿੱਚ ਪਾਣੀ ਪਾਈ ਜਾਂਦੇ, ਇੱਕ ਓਰੀਜਨਲ ਚੀਜ਼ ਨੂੰ ਅਸੀਂ ਫੇਕ ਬਣਾ ਕੇ ਰੱਖਤਾ ਸਾਰਿਆਂ ਨੇ। ਜੀ ਹਾਂਜੀ ਦੀ ਗੱਲ ਨਹੀਂ ਕਰਦਾ ਅੰਕਲ, ਸਭ ਬੰਦਿਆਂ ਨੇ ਨਾ ਪਾਈ ਜਾਂਦੇ, ਬਸ ਪਾਣੀ ਪਾਈ ਜਾਂਦੇ। ਜੀ ਜੀ ਜਿੱਦਾਂ ਇੱਕ ਕੋਈ ਚੱਲਦੀ ਸੁਪਰੀਮ ਕੋਰਟ ਤੋਂ ਲੋਅਰ ਕੋਰਟ ਤੇ ਜਾਂਦੀ ਉਹ ਕੁਛ ਦੀ ਕੁਛ ਬਣ ਜਾਂਦੀ। ਇਹੀ ਹਾਲ ਸਾਡਾ। ਗੁਰੂ ਮਹਾਰਾਜ ਨੇ ਕੁਛ ਹੋਰ ਕਿਹਾ ਸੀ, ਅਸੀਂ ਕੁਛ ਹੋਰ ਬਣਾਤਾ ਹੁਣ। ਹਾਂਜੀ ਹਾਂਜੀ ਬਿਲਕੁਲ। ਬਾਬਾ ਸਾਹਿਬ ਨੇ ਕੁਛ ਹੋਰ ਕਿਹਾ ਸੀ, ਅਸੀਂ ਕੁਛ ਹੋਰ ਬਣਾਈ ਜਾਂਦੇ ਗਾਂ ਤੇ ਗਾਂ। ਮੇਰੇ ਖਿਆਲ ਦੇ ਨਾਲ ਨਾ ਜਿਹਨੂੰ ਇੱਜ਼ਤ ਮਿਲਣੀ ਚਾਹੀਦੀ, ਉਹ ਮਿਲਣੀ ਚਾਹੀਦੀ ਹੈ ਸਮਾਜ ਵਿੱਚ ਰਹਿੰਦੇ ਹੋਏ। ਬਿਲਕੁਲ। ਜਿਹੜਾ ਇਹ ਚੀਜ਼ ਨੂੰ ਲਾਗੂ ਕਰਦਾ ਨਹੀਂ, ਚਾਹੇ ਉਹ ਕੋਈ ਮੋਦੀ ਹੋਵੇ, ਚਾਹੇ ਉਹ ਬਾਦਲ ਹੋਵੇ, ਜਿਹੜਾ ਮਰਜ਼ੀ ਹੋਵੇ, ਉਹ ਬੰਦਾ ਫੇਲ ਆ ਤੇ ਉਹ ਬੰਦਾ ਗੁਨਾਹਗਾਰ ਆ ਸਮਾਜ ਦਾ। ਜੀ ਜੀ ਨਹੀਂ, ਮੈਂ ਕਹਿਣਾ ਸੀਗਾ, ਦੇਖੋ ਇਹ ਲੜਦਾ ਮਰਦਾ ਬੰਦਾ ਗਰੀਬ ਹੈ, ਜਿਹੜਾ ਮਰਜ਼ੀ ਉਹ ਧਰਮ ਦਾ ਹੋਵੇ, ਜਿਹੜੀ ਮਰਜ਼ੀ ਜਾਤ ਦਾ ਹੋਵੇ, ਗਰੀਬ ਬੰਦਾ ਲੜਦਾ, ਗਰੀਬ ਬੰਦਾ ਮਰਦਾ, ਤੇ ਰਾਜ ਜਿਹੜੇ ਉਹ ਨਾ ਰਚੇ ਹੋਏ ਰਾਜ ਕਰਦੇ ਆ। ਬਿਲਕੁਲ ਜੀ ਕਰਨੀ ਪੈਣੀ, ਸਭ ਨੂੰ ਕਰਨੀ ਪੈਣੀ ਹੈ ਸਾਨੂੰ। ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਵੈਰੀ ਨਾਈਸ ਵਿਊ, ਹਾਂਜੀ ਕੰਟਰੀਬਿਊਸ਼ਨ। ਪਿਆਰੇ ਦਰਸ਼ਕੋ, ਅਸੀਂ ਅੱਜ ਕਿਉਂਕਿ ਗਗਨ ਜੀ ਇੱਕ ਮੈਂਸ਼ਨ ਕਰਕੇ ਗਏ ਆ ਕਿ ਬਾਬਾ ਸਾਹਿਬ ਜੋ ਕਹਿੰਦੇ ਸੀ ਉਹ ਹੋਇਆ ਨਹੀਂ ਔਰ ਲੋਕਾਂ ਨੇ ਸਮਝਿਆ ਨਹੀਂ। ਸਮਾਜ ਔਰ ਧਰਮ ਜਿਹੜਾ ਹੈਗਾ ਉਹਦੇ ਵਿੱਚ ਤਬਦੀਲੀ ਨਹੀਂ ਆਈ ਹੈਗੀ ਆ। ਅੱਜ ਅਸੀਂ ਕਿਉਂਕਿ ਦੋ ਇਸ਼ੂ ਜਿਹੜੇ ਹੈਗੇ ਅਸੀਂ ਪਹਿਲਾਂ ਮੈਂਸ਼ਨ ਕੀਤੇ ਹੈਗੇ, ਉਹ ਸੋਗ ਦੇ ਸਨ ਜੀ, ਔਰ ਇੱਕ ਇਸ਼ੂ ਜਿਹੜਾ ਤੀਜਾ ਇਸ਼ੂ ਪਿਆਰੇ ਦਰਸ਼ਕੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਹ ਇੱਕ ਖੁਸ਼ੀ ਦਾ ਹੈ। ਉਹ ਖੁਸ਼ੀ ਇਸ ਕਰਕੇ ਹੈਗੀ ਆ ਕਿ ਗਰੀਬਾਂ ਦੇ ਮਹਾਨਾਇਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਉਹਨਾਂ ਬਾਰੇ ਛੋਟੀਆਂ ਫਿਲਮਾਂ ਜਾਂ ਛੋਟੇ ਨਾਟਕ ਜਿਹੜੇ ਹੈਗੇ ਆ ਇੰਟਰਨੈਟ 'ਤੇ ਜਾਂ YouTube 'ਤੇ ਤੁਸੀਂ ਅੱਗੇ ਵੀ ਦੇਖਦੇ ਆ। ਪਰ ਇੱਕ ਫਿਲਮ ਜਿਹੜੀ ਹੈਗੀ ਆ ਤਕਰੀਬਨ 2 ਹਫ਼ਤੇ ਜਿਹੜੀ ਆ ਉਹ ਬਣੀ ਹੈਗੀ ਆ, ਜਿਹੜੀ ਜੈ ਭੀਮ। ਦਵਿੰਦਰ ਜੀ, ਜੈ ਭੀਮ ਫਿਲਮ ਬਣੀ ਆ। ਹਾਂਜੀ। ਔਰ ਉਹਦਾ 2 ਨਵੰਬਰ ਨੂੰ ਰਿਲੀਜ਼ ਹੋਈ ਹੈ। 2 ਨਵੰਬਰ ਨੂੰ ਰਿਲੀਜ਼ ਹੋਈ ਆ। ਸੋ ਪਿਆਰੇ ਦਰਸ਼ਕੋ, ਬੋਲ ਇੰਡੀਆ ਜੈ ਭੀਮ, ਉਹਦਾ ਨਾਰਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਥੋੜ੍ਹਾ ਜਿਹਾ ਉਹਦਾ ਕਲਿੱਪ ਦਿਖਾਉਂਦੇ ਆ। ਔਰ ਉਹ ਇਹ ਆ ਕਿ ਉਹਦੇ ਵਿੱਚ ਜਿਹੜੇ ਹੈਗੇ ਆ
दो मतलब जवानां दे विच होई हैगी आ फिल्म तैयार, पंज जवानां च हो गई। अच्छा, तेलुगू ते हिंदी च पहलां सीगी, हुण गाहां ट्रांसलेट कर दी है जी। और उन्हां दे जिहड़े आ देखो आ रहे हैगे आ महानायक, उन्हां दे जिहड़े हैगे एक्टर हैगे आ, ये सूर्या इन्हां दा नाम हैगा, ते दूजा हैगा प्रकाश राज और राजशेव की हैगा बयान, कुछ इहो जिहा जिहड़ा हैगा उन्हां दा नाम हैगा। सो प्यारे दर्शकों, ये जिहड़ी कहानी हैगी फिल्म दी, ये गोइंग बैक टू 1995 दी है। एक्चुअल जो हैपनिंग होंदा सी उस टाइम दे उत्ते, उहनूं ये प्रोडिक्ट करदी आ, वो दसदी आ कि उस टाइम दे उत्ते कम्यूनिटी दे नाल जिहड़े हैगे आ थल्ले दर्जे दे लोग जिहड़े हैगे आ, लताड़े होए, जिन्हां नूं तुसीं दलित कह लो, अनटचेबल कह लो, जां छोटियां श्रेणियां दे कह लो, उन्हां दे नाल की हुंदा सीगा। ये कहानी जिहड़ी आ कहंदे आ भी इस फिल्म दे विच इस तरीके दे नाल कहंदे वो लोकां दे सामने रखी गई हैगी आ। बहुत मुश्किलां आईयां इन्हां नूं, एक्टरां नूं, प्रोड्यूसरां नूं, और जिहड़ा अपना सेंसर बोर्ड सीगा उन्हां ने भी कई नुक्ताचीनी करके कई गल्लां विचों उहदे कढियां, पर उहदे विच दविंदर जी जिहड़ियां गल्लां उन्हां ने दसियां कि 1995 दे विच जिहड़ी अट्रोसिटीज़ हुंदी सीगी खास तौर ते आदिवासियां दे उत्ते, आदिवासियां दी जिहड़ी जमीन सीगी वो जां तो वो हाले भी असी कहानी एक दसी सीगी, आदिवासियों का प्रोग्राम किया सीगा, और फिर भी करांगे बिरसा मुंडा बारे जी जी। और उहदे विच ये दस्सिया सीगा कि उन्हां दी जमीन किद्दां खोंदे सी, जां तां प्यार मुहब्बत दे नाल, नहीं तां ओह ये आ कि उल्टे सिद्धे जिहड़े हैगे इल्जाम ला के उन्हां नूं लोकां नूं तसीहे दिंदे सी, अत्याचार करते सी, उन्हां नूं मारकुट वढ करते हैगे, और औरतां दी बेइज्जती करते सन, और धोखे दे नाल बल फरेब दे नाल, क्योंकि ये जिहड़ा हैगा पणताऊपणा ये पहलां तो बड़ा मशहूर सीगा। ये जिहड़ी फिल्म हैगी आ वो सारियां गल्लां जिहड़ियां इकट्ठियां करके बाबा साहब दी लाइफ मिशन नहीं दसदे, ਉਹਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਦੱਸ ਦਿੱਤੀ ਹੋਊਗੀ, ਪਰ ਬਾਬਾ ਸਾਹਿਬ ਦੀ ਬਾਰੇ ਜਿਹੜੀ ਉਹਨਾਂ ਦੀ ਲਾਈਫ ਉਹਦੇ ਬਾਰੇ ਨਹੀਂ ਹੈਗੀ, ਮਿਸ਼ਨ ਬਾਰੇ ਇਹਦੇ ਵਿੱਚ ਹੈਗਾ ਜੀ। ਬੋਲ ਬਾਬਾ ਸਾਹਿਬ ਹੈ ਜੀ, ਉਹ ਜਿਹੜਾ ਉਹਦੇ ਵਿੱਚ ਪ੍ਰੋਡਿਕਟ ਕੀਤਾ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹਾਂ ਜੀ, ਐਡ ਕਰਨਾ ਚਾਹੁੰਦੇ? ਮੈਂ ਮੁੜ ਕੇ ਆਉਣਾ। ਐਕਚੁਅਲੀ ਜਿਹੜੀ ਫਿਲਮ ਹੈਗੀ ਆ ਇਸ ਬੇਸਡ ਔਨ ਟਰੂ ਸਟੋਰੀ ਆ ਇਹ ਜਿਹੜੀ, ਔਰ ਜਿੰਨੇ ਵੀ ਕਲਾਕਾਰ ਹੈਗੇ ਉਹਨਾਂ ਨੇ ਬੜੇ ਜਿਹੜੇ ਕਿਰਦਾਰ ਆਪਣਾ ਨਿਭਾਇਆ ਹੈਗਾ, ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਹੈਗਾ, ਔਰ ਉਹਦੀ ਸਟੋਰੀ ਵੀ ਜਿਹੜੀ ਬਹੁਤ ਵਧੀਆ ਹੈਗੀ ਆ। ਸਾਰਾ ਜਿਹਨੂੰ ਦੇਖਦੇ ਤਾਂ ਰੌਂਗਟੇ ਖੜੇ ਹੁੰਦੇ ਆ ਸਾਰੀ ਫਿਲਮ ਦੇਖ ਕੇ। ਮੈਂ ਦਰਸ਼ਕਾਂ ਨੂੰ ਚਾਹੁੰਦਾ ਕਿ ਉਹਨਾਂ ਨੇ ਵੀ ਦੇਖੀ ਹੋਣੀ, ਬਹੁਤ ਸਾਰੇ ਲੋਕਾਂ ਨੇ ਦੇਖੀ ਹੋਣੀ ਆ। ਜੇ ਤੁਸੀਂ ਆਪਣੇ ਵਿਚਾਰ ਉਹਦੇ ਬਾਰੇ ਦੇਣੇ ਚਾਹੁੰਦੇ ਤੇ ਤੁਸੀਂ ਫੋਨ ਕਰਕੇ ਆਪਣੇ ਜ਼ਰੂਰ ਆਪਣੇ ਵਿਚਾਰ ਦਿਓ, ਔਰ ਆਪਣਾ ਜੋ ਭਾਵਨਾ ਹੈਗੀ ਉਹਨੂੰ ਸਾਂਝੀ ਕਰੋ। ਤੁਹਾਨੂੰ ਕਿੱਦਾਂ ਦੀ ਲੱਗੀ? ਤੁਹਾਨੂੰ ਕਿੱਦਾਂ ਦੀ ਲੱਗੀ? ਕਿ ਜੇ ਕੋਈ ਕ੍ਰਿਟੀਸਾਈਜ਼ ਵੀ ਕਰਨਾ ਤਾਂ ਕਰ ਸਕਦੇ, ਕੋਈ ਐਸੀ ਗੱਲ ਨਹੀਂ ਹੈ। ਤੁਸੀਂ ਤੇ ਜੇ ਇਹ ਐਕਚੁਅਲੀ ਇਹ ਆਪਣੇ ਤਾਮਿਲਨਾਡੂ ਦੀ ਫਿਲਮ ਹੈਗੀ, ਉੱਧਰਲੀ ਬਣੀ ਹੋਈ ਹੈ, ਬਾਲੀਵੁੱਡ ਫਿਲਮ ਨਹੀਂ ਹੈਗੀ, ਮਤਲਬ ਨੌਰ ਬੰਬੇ ਦੀ ਹੈਗੀ। ਔਰ ਇਹਦੀ ਖਾਸੀਅਤ ਜਿਹੜੀ ਹੈਗੀ ਆ, ਮਤਲਬ ਇਹ ਬਹੁਤ ਸਕਸੈਸਫੁਲ ਔਰ ਬਹੁਤ ਵਧੀਆ ਤਰੀਕੇ ਨਾਲ ਬਣਾਈ ਫਿਲਮ ਹੈਗੀ ਆ, ਬੇਸਡ ਔਨ ਟਰੂ ਇਨਸੀਡੈਂਟਸ ਹੈਗੇ ਆ। ਜਿਹੜਾ ਕਿਰਦਾਰ ਹੈਗਾ ਉਹ ਮਤਲਬ ਜਿਹੜਾ ਚੰਦਰੂ ਵਕੀਲ ਹੈ, ਜਿਹੜਾ ਐਡਵੋਕੇਟ ਚੰਦਰੂ ਹੈਗਾ, ਉਹ ਅਸਲੀ ਹੈਗਾ, ਉਹ ਹਾਲੇ ਵੀ ਹੈ। ਰੁਕਿਓ ਜਰਾ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ, ਜੈ ਭੀਮ बैस साहब, मैं चावला बोल रहा, स्पीकिंग फ्रॉम चावला लंदन। चावला साहब, जय भीम जी। हेलो मिस्टर दविंदर जी, चंद्र साहब, ਦੋਨੇ ਸੂਰਤਾਂ ਜਿਹੜੀਆਂ ਇਸ ਵੇਲੇ ਹੀਰੇ ਆ, ਤੁਸੀਂ ਇਸ ਵੇਲੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਬਹੁਤ ਪਿਆਰੇ ਲੱਗਦੇ ਆ, ਸੋਹਣੇ ਲੱਗਦੇ ਆ, ਔਰ ਅਫਰੀਨ ਆ ਤੁਹਾਡੇ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਦਾ। ਆਈ ਰਿਸਪੈਕਟ, ਔਰ ਮੈਂ ਬਹੁਤ ਹੀ ਸ਼ਲਾਘਾ ਤੁਹਾਡੇ ਕਰਦਾ ਆ, ਇਸ ਕਰਕੇ ਕਿ ਜਦੋਂ ਤੁਹਾਡੀ ਜੋੜੀ ਆ ਜਾਂਦੀ ਹੈਗੀ ਆ, ਸਾਰੇ ਦੁੱਖ ਦੂਰ ਜਿਹੜੇ ਦਲਿੱਦਰ ਜਿਹੜੇ ਉਹ ਦੂਰ ਹੋ ਜਾਂਦੇ ਹੈਗੇ ਆ। ਔਰ ਇਸੇ ਤਰ੍ਹਾਂ ਮੈਂ ਦੁਆ ਕਰਦਾ, ਇਹ ਕਾਮਨਾ ਕਰਦਾ ਹੈਗਾ ਕਿ ਲਾਰਡ ਬੁੱਧਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਔਰ ਜਿਹੜਾ ਜੈ ਭੀਮ ਬਾਰੇ ਜਿਹੜੀ ਫਿਲਮ ਆ ਵਾਕਈ ਦੇਖਣ ਵਾਲੀ ਆ। ਮੈਂ ਵੀ ਇਹ ਦਰਖਾਸਤ ਕਰੂੰਗਾ ਕਿ ਸਾਰੇ ਲੋਕ ਕਿਤੇ ਵੀ ਹੋਣ ਆਪਣਾ ਟਾਈਮ ਛੱਡ ਕੇ ਵੀ ਉਹ ਫਿਲਮ ਨੂੰ ਜ਼ਰੂਰ ਸੁਣ ਔਰ ਲੋਕਾਂ ਤੱਕ ਪਹੁੰਚਾਉਣ। ਔਰ ਕਿਉਂਕਿ ਮੈਂ ਤਾਂ ਪਹੁੰਚਾ ਹੀ ਰਿਹਾ, ਕੋਈ ਪ੍ਰੋਬਲਮ ਨਹੀਂ। ਬਾਕੀ ਦਵਿੰਦਰ ਜੀ, ਬੈਸ ਸਾਹਿਬ,
ਚਾਵਲਾ ਵੱਲੋਂ ਤੁਹਾਨੂੰ ਬਹੁਤ ਬਹੁਤ ਇੱਕ ਤਰ੍ਹਾਂ ਦੀ ਹੈਪੀਨੈਸ ਔਰ ਖੁਸ਼ੀ ਔਰ ਮੁਬਾਰਕ ਕਿ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕਾਸ਼ੀ ਟੀਵੀ ਤੇ ਦੇ ਰਹੇ ਆ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਹੈ ਔਰ ਖੁਸ਼ ਰਹੋ, ਆਬਾਦ ਰਹੋ ਔਰ ਬਾਬਾ ਸਾਹਿਬ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਖੁਸ਼ੀ ਆ ਉਹ ਪ੍ਰਦਾਨ ਕਰੇ। ਤੋ ਖੁਸ਼ ਰਹੋ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਤੁਹਾਡਾ ਕੰਟਰੀਬਿਊਸ਼ਨ ਦਾ। ਤੁਸੀਂ ਬਹੁਤ ਜ਼ਿਆਦਾ ਕੁਝ ਸਾਡੇ ਬਾਰੇ ਕਹਿ ਗਏ ਆ ਔਰ ਮੈਂ ਤਾਂ ਹਮੇਸ਼ਾ ਇਹ ਕਹਿਣਾ ਚਾਵਲਾ ਜੀ ਕਿ ਮੇਰੀ ਹਸੀਅਤ ਤੋਂ ਜ਼ਿਆਦਾ ਬਾਬਾ ਸਾਹਿਬ ਨੇ ਮੈਨੂੰ ਦਿੱਤਾ ਜੀ, ਸ਼੍ਰੀ ਗੁਰੂ ਰਵਿਦਾਸ ਨੇ ਦਿੱਤਾ, ਤਥਾਗਤ ਭਗਵਾਨ ਬੁੱਧ ਨੇ ਦਿੱਤਾ ਜੀ। ਮੇਰੀ ਹਸੀਅਤ ਤੋਂ ਮੈਨੂੰ ਜ਼ਿਆਦਾ ਦਿੱਤਾ। ਮੈਂ ਉਹਨਾਂ ਦਾ ਬੜਾ ਹੀ ਤਹਿ ਦਿਲੋਂ ਧੰਨਵਾਦੀ ਹਾਂ, ਹਮੇਸ਼ਾ ਹੀ ਰਹੂੰਗਾ ਔਰ ਹੈ। ਔਰ ਇਸੇ ਕਰਕੇ ਮੈਂ ਇਹ ਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਪ੍ਰੋਗਰਾਮ ਜਿਹੜੇ ਆ ਨਾ ਵੀ ਕਰ ਸਕਣ ਦੀ ਹਿੰਮਤ ਤਾਂ ਵੀ ਇਹ ਆ ਕਿ ਮੈਨੂੰ એનર્ਜੀ ਮਿਲਦੀ ਆ ਕਿ ਮੈਂ ਆ ਕੇ ਗੱਲਬਾਤ ਕਰਾਂ। ਹੈਲੋ ਜੀ, ਜੈ ਗੁਰਦੇਵ, ਜੈ ਪੀ ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਗੁਰਦੇਵ ਭਾਜੀ। ਹਾਂਜੀ ਕੌਣ ਸਾਹਿਬ ਜੀ? ਜੈ ਗੁਰਦੇਵ। ਹਾਂਜੀ ਭਾਜੀ, ਸਤਨਾਮ ਬੋਲਦਾ ਇਟਲੀ ਤੋਂ। ਸਤਨਾਮ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਹਾਂਜੀ ਸਰ ਜੀ, ਮੈਂ ਭਾਜੀ ਬਹੁਤ ਤੁਹਾਡਾ ਪ੍ਰੋਗਰਾਮ ਕਦੇ ਮਿਸ ਨਹੀਂ ਕੀਤਾ। ਥੈਂਕ ਯੂ ਜੀ। ਇੱਕ ਜਿਹੜਾ ਪ੍ਰੋਗਰਾਮ ਭਾਜੀ ਉਹਨਾਂ ਦਾ ਬਾਅਦ ਚ ਚੱਲਣਾ ਤੁਹਾਡੇ ਤੋਂ ਬਾਅਦ ਚ, ਉਹ ਦੋਨੇ ਪ੍ਰੋਗਰਾਮ ਮੈਂ ਕਦੇ ਮਿਸ ਨਹੀਂ ਕੀਤੇ ਜੀ। ਥੈਂਕ ਯੂ, ਬਹੁਤ ਧੰਨਵਾਦ ਕਰਦਾ ਦੋਨਾਂ ਮੈਂ ਭਰਾਵਾਂ ਦਾ, ਵੱਡਿਆਂ ਦਾ। ਬਹੁਤ ਹੀ ਵਧੀਆ ਪ੍ਰੋਗਰਾਮ ਔਰ ਵਧੀਆ ਜੋ ਵੀ ਤੁਸੀਂ ਲੈ ਕੇ ਆਨੇ ਵਧੀਆ ਹੁੰਦਾ ਟੌਪਿਕ ਤੁਹਾਡਾ। ਠੀਕ ਹੈ ਭਾਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ ਦਵਿੰਦਰ ਜੀ, ਤੁਸੀਂ ਕੋਈ ਕਹਿੰਦੇ? ਕਰਦਾ ਕਿ ਇੱਕ ਜਿਹੜੀ ਨਾ IMDb ਰਾਈਟ ਹੁੰਦਾ ਆ ਜੀ, ਇੰਟਰਨੈਟ ਮੂਵੀ ਡਾਟਾਬੇਸ ਰਾਈਟ, ਉਹਦੇ ਵਿੱਚ ਦੁਨੀਆ ਦੀਆਂ ਜਿਹੜੀਆਂ ਫਿਲਮਾਂ ਆ ਨਾ, ਇੰਟਰਨੈਸ਼ਨਲ ਜਿਹੜੀਆਂ ਮੂਵੀਜ਼ ਹੈਗੀਆਂ, ਉਹਨਾਂ ਨੂੰ ਲੋਕਾਂ ਦੇ ਉਹਨਾਂ ਦੇ ਪ੍ਰਤੀ ਕੀ ਰਾਏ ਹੈਗੀ ਹੈ ਜਾਂ ਕੀ ਕਿਹੜੇ ਕੈਟਾਗਰੀ 'ਚ ਰੱਖਦੇ ਹੋ, ਕਿਹੜੇ ਲੈਵਲ 'ਤੇ ਜਾਂਦੇ ਹੈਗੇ। ਬਹੁਤ ਸਾਰੀਆਂ ਮਤਲਬ ਇੰਡੀਆ ਦੀਆਂ ਕੋਈ ਵੀ ਫਿਲਮ ਅੱਜ ਤੱਕ ਮਤਲਬ ਹੁਣ ਰੀਸੈਂਟਲੀ 2 ਫਿਲਮਾਂ ਇੰਡੀਆ ਤੋਂ ਆਈਆਂ ਜਿਹੜੀਆਂ ਵੈਰੀ ਇੰਪੋਰਟੈਂਟ ਆ ਜੀ। ਹਾਂਜੀ ਦੱਸੋ ਜਰਾ। ਇੱਕ ਸ਼ਹੀਦ ਊਧਮ ਸਿੰਘ, ਹਾਂਜੀ ਉਹਦਾ ਟਾਈਟਲ ਜਿਹੜਾ ਸ਼ਹੀਦ ਊਧਮ ਹੈ, ਪਰ ਆਪਾਂ ਸ਼ਹੀਦ ਊਧਮ ਸਿੰਘ ਕਰਕੇ ਉਹਨਾਂ ਨੂੰ ਜਾਣਦੇ ਹਾਂ। ਬਿਲਕੁਲ, ਮਤਲਬ ਉਹ ਵੀ ਫਿਲਮ ਬਹੁਤ ਨਾਈਸਲੀ ਬਣਾਈ ਹੋਆ, ਉਹ ਵੀ ਦੇਖਣ ਵਾਲੀ ਹੈਗੀ ਆ। ਔਰ ਦੂਸਰੀ ਫਿਲਮ ਜੈ ਭੀਮ ਆਈ ਆ ਜੀ। ਜਿਹੜੀਆਂ ਪਹਿਲੀਆਂ ਫਿਲਮਾਂ ਆ ਉਹ ਤਕਰੀਬਨ ਜਿਹੜੀਆਂ ਨਾ 9 ਤੋਂ ਥੱਲੇ ਰਹਿ ਜਾਂਦੀਆਂ। ਰੇਟਿੰਗ ਜਿਹੜੀ ਉਹਨਾਂ ਦੀ ਹੈਗੀ ਆ ਉਹ 85, 84, 83, ਕੋਈ 8। ਇੱਕ ਗੋਡ ਫਾਦਰ ਵੀ, ਉਹ ਵੀ 9। ਜਿਹੜੀ ਗੋਡ ਫਾਦਰ ਹੈ ਨਾ, ਆਪਾਂ ਸਾਰੇ ਜਾਣਦੇ ਆ ਮਾਰਲਨ ਬ੍ਰਾਂਡੋ ਦੀ ਫਿਲਮ, ਮਤਲਬ 1974 ਦੀ ਬਣੀ ਆ। ਉਸ ਤੋਂ ਬਾਅਦ ਵੀ 2-3 ਫਿਲਮਾਂ ਉਹ ਬਣਾਈਆਂ ਉਸੇ ਟਾਈਟਲ ਦੀਆਂ। ਮਤਲਬ ਉਹ ਵੀ ਜਿਹੜੀ ਸੀਗੀਆਂ 9.0 ਉਹਦੀ ਬਣੀ ਹੈਗੀ ਆ। ਔਰ ਡਾਰਕ ਨਾਈਟ ਵੀ ਉਹ ਵੀ 9.1 ਸੀਗੀ, ਉਹ 9.3 ਸੀ ਮੈਕਸਿਮਮ, ਕੋਈ 9.3 ਬਣੀ ਆ। ਇਹ ਤੋਂ ਵੱਧ ਨਹੀਂ, ਉਹ ਤੋਂ ਗਾਹਾਂ ਕੋਈ ਨਹੀਂ ਹੈਗੀ। ਪਰ ਇਹ ਜਿਹੜੀ ਹੁਣ ਜੈ ਭੀਮ ਹੈਗੀ ਆ ਫਿਲਮ ਜੀ, ਇਹਦਾ ਜਿਹੜਾ ਰੇਟ ਹੈਗਾ ਆ 9.6, ਬਹੁਤ ਹਾਈ ਆ। ਦੁਨੀਆ ਦੀ ਸਭ ਤੋਂ ਹਾਈ ਰੇਟ ਦੀ ਜਿਹੜੀ ਫਿਲਮ ਹੈਗੀ ਆ ਉਹ ਜੈ ਭੀਮ ਫਿਲਮ ਹੈਗੀ ਆ। ਇੰਟਰਨੈਸ਼ਨਲ ਫਿਲਮਾਂ ਦੇ ਵਿੱਚ ਕੰਪੀਟੀਸ਼ਨ 'ਚ ਜਿਹੜੀ, ਹਾਂਜੀ ਮਤਲਬ ਉਹ ਜਿਹੜੇ ਨਾ ਵਰਲਡ ਦੇ ਪੂਰੇ ਇੰਟਰਨੈਸ਼ਨਲੀ ਜਿਹੜੇ ਵਾਚ ਕਰਦੇ ਆ, ਉਹ ਜਿਹੜੇ ਕਮੈਂਟ ਕਰਦੇ ਹੈਗੇ ਆ, ਇੱਕ ਮਤਲਬ ਉਹਨਾਂ ਦਾ ਜਿਹੜਾ ਰੇਟ ਹੈਗਾ। ਰੁਕਿਓ ਇੱਥੇ ਜਰਾ। ਹੈਲੋ ਜੀ, ਜੈ ਗੁਰਦੇਵ, ਜੈ ਭੀਮ ਕੌਣ ਤੇ ਕਿੱਥੋਂ ਸਾਹਿਬ ਜੀ? ਹਾਂਜੀ ਜੈ ਭੀਮ ਜੀ, ਜੈ ਗੁਰਦੇਵ। ਮੈਂ ਜੱਸਲ ਬੋਲਦਾ ਗਲਾਸਗੋ ਤੋਂ। ਜੱਸਲ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਹੋ? ਮੈਂ ਫਿਲਮਾਂ ਬਾਰੇ ਕਹਿਣੀ ਚਾਹੁੰਦਾ ਜੀ। ਜਿਹੜੀ ਜੈ ਭੀਮ ਫਿਲਮ ਆ ਨਾ, ਇਹ ਦੇਖਣ ਵਾਲੀ ਆ ਜੀ। ਇਹ ਦੇਖੀ ਆ ਮੈਂ, ਪਰ ਇਹਨੂੰ ਬੰਦ ਕਰਨ ਲਈ ਬਹੁਤ ਕੋਸ਼ਿਸ਼ਾਂ ਹੋਈਆਂ ਤੇ ਹੋ ਰਹੀਆਂ ਹਾਲੇ ਜੀ। ਹਾਂਜੀ, ਪਰ ਉਹ ਫੇਲ ਹੋ ਰਹੇ ਆ ਜੀ। ਉਹਨਾਂ ਨੂੰ ਪਤਾ ਜਿਨ੍ਹਾਂ ਨੇ ਬਣਾਈ ਆ, ਪਹਿਲਾਂ ਜਦੋਂ ਉਹ ਦੱਸ ਰਹੇ ਸੀ ਨਾ ਬਣਾ ਰਹੇ ਆ ਜੀ, ਇਹਦੀ ਅਪੋਜ਼ ਹੋਣੀ ਆ ਬਹੁਤ, ਪਰ ਜਿੱਥੋਂ ਹੋਣੀ ਆ ਉਹਨੇ ਆਲਰੇਡੀ ਜਵਾਬ ਦਿੱਤੇ ਆ ਵਿੱਚ, ਔਰ ਉਹਨਾਂ ਨੇ ਕੇਸ ਵੀ ਦਿੱਤੇ ਆ, ਪਰ ਉਹ ਫੇਲ ਹੋ ਰਹੇ ਆ ਜੀ। ਊਧਮ ਸਿੰਘ ਦੀ ਫਿਲਮ ਵੀ ਇਸੇ ਤਰ੍ਹਾਂ, ਰਾਤ ਮੇਰਾ ਬੜਾ ਲੜਕਾ, ਉਹ ਇੰਡੀਆ ਦੀਆਂ ਫਿਲਮਾਂ ਇਦਾਂ ਦੀਆਂ ਜਿਹੜੀਆਂ ਨਾ ਮਾਰਸ਼ਲ ਟਾਈਪ ਦੀਆਂ, ਉਹ ਬਹੁਤ ਦੇਖਦਾ। ਊਧਮ ਸਿੰਘ ਬਾਰੇ ਉਹ ਮੈਨੂੰ ਦੱਸਦਾ ਸੀ, ਡਾਟ ਫਿਲਮ ਉਹ ਬਹੁਤ ਜ਼ਬਰਦਸਤ ਆ। ਊਧਮ ਸਿੰਘ ਨੂੰ ਜਾਣਦੇ ਹਾਂ। ਮੈਂ ਕਿਹਾ ਮੈਂ ਪਾਰਟ ਜ਼ਰੂਰ ਦੇਖੇ ਆ,
ਦਿਖਾਉਂਦੇ ਸੀਗੇ ਨਿਊਜ਼ 'ਚ, ਪਰ ਹੈਗੀ ਉਹ ਦੇਖਣ ਵਾਲੀ। ਕਹਿੰਦਾ ਮੈਂ ਰਾਤੀ ਦੇਖੀ ਆ ਉਹ। ਹਾਂਜੀ। ਤੇ ਉਹ ਵੀ ਜ਼ਬਰਦਸਤ ਆ ਫਿਲਮ। ਇਹ ਦੋਨੋਂ ਹੀ ਫਿਲਮਾਂ ਬਹੁਤ ਟੌਪ ਦੀਆਂ ਆ ਜੀ। ਮੈਂ ਕੀਤਾ ਇਸ ਕਰਕੇ ਆ ਕਿ ਹੋਏ ਰਵੋ ਜਿਹੜੀ ਜੈ ਭੀਮ ਫਿਲਮ ਆ ਨਾ, ਉਹਦੀਆਂ ਕੋਸ਼ਿਸ਼ਾਂ ਹੋ ਰਹੀਆਂ ਜੀ ਕਾਫੀ, ਤੇ ਪਰ ਉਹ ਕੁਛ ਨਹੀਂ ਕਰ ਰਹੇ। ਉਹ ਫੇਲ ਹੋ ਰਹੇ ਆ। ਥੈਂਕ ਯੂ ਵੈਰੀ ਮਚ। ਬਿਲਕੁਲ, ਥੈਂਕ ਯੂ ਜੀ ਜਸਰ ਜੀ, ਤੁਹਾਡਾ ਸਵਾਗਤ ਹੈ। ਹਾਂਜੀ ਤੁਸੀਂ ਹੁਣ ਜੇ ਕਰਕੇ ਵਰਲਡ ਦੀ ਟੌਪ ਰੇਟ ਫਿਲਮ ਇਸ ਵੇਲੇ ਹੈਗੀ ਆ, ਔਰ ਮੇਰਾ ਖਿਆਲ ਹੈ ਕਿ ਬਹੁਤ ਚਿਰ ਟੌਪ ਰੇਟ ਰਹਿਣ ਵਾਲੀ ਹੈ। ਲੱਗਦਾ ਨਹੀਂ ਕਿ ਮਤਲਬ ਇਸ ਲੈਵਲ ਦੀ ਕੋਈ ਛੇਤੀ ਫਿਲਮ ਬਣੇਗੀ ਕਰਕੇ ਇਸ ਰੇਟ 'ਤੇ ਆਉਣਾ ਬਹੁਤ। ਔਰ ਜਿਹੜੀਆਂ ਇਸ ਲੈਵਲ ਦੀਆਂ ਫਿਲਮਾਂ ਬਣਦੀਆਂ ਆ ਉਹ ਮਤਲਬ ਨਾ ਇੱਦਾਂ ਨਹੀਂ ਵੀ ਕੁਛ ਦਿਨਾਂ ਵਾਸਤੇ ਹੁੰਦੀਆਂ, ਉਹ ਸਾਲਾਂ ਬਾਅਦ ਹੀ, ਮਤਲਬ ਇਹ ਅੱਜ ਵੀ ਚੱਲਦੀ ਆ, ਇਹਨੂੰ 5 ਸਾਲ ਬਾਅਦ ਵੀ ਚੱਲੀ ਜਾਣੀ ਹੈ, ਇਹਨੂੰ 20 25 30 ਸਾਲ ਬਾਅਦ ਵੀ ਲੋਕਾਂ ਨੇ ਇਹਨੂੰ ਦੇਖੀ ਜਾਣਾ। ਕਈ ਜਿਹੜਾ ਰੇਟ ਦੇਖ ਕੇ ਫਿਲਮਾਂ ਦੇਖਣ ਵਾਲੇ ਆ ਦੁਨੀਆ ਦੇ ਵਿੱਚ, ਉਹ ਕਦੋਂ ਵੀ ਦੇਖਦੇ, ਉਹ ਹਮੇਸ਼ਾ ਦੇਖਦੇ ਰਹਿੰਦੇ ਆ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹਾਂਜੀ, ਜੈ ਗੁਰਦੇਵ ਜੀ, ਦਿਲਵਰ ਚੰਦ ਬੋਲ ਰਿਹਾ ਜੀ, ਰੂਟਨ ਤੋਂ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਕਾਂਸ਼ੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਹੋ? ਬਸ ਜੀ ਇਹ ਕਹਿਣਾ ਚਾਹੁੰਦੇ ਵੀ ਪਿਕਚਰ ਹੀ ਐਕਚੁਅਲੀ ਇੱਕ ਪ੍ਰੇਰਨਾ ਵਾਸਤੇ ਬਹੁਤ ਵੱਡਾ ਸਰੋਤਾ ਹੈ। ਥੈਂਕ ਯੂ ਜੀ। ਹਾਂਜੀ, ਇਸ ਕਰਕੇ ਇਹਦੇ ਨਾਲ ਇੱਕ ਡੈਮੋਸਟ੍ਰੇਸ਼ਨ ਹੁੰਦਾ ਵਾ, ਜੋ ਵੀ ਆ ਇੱਕ ਡੈਮੋਸਟ੍ਰੇਸ਼ਨ ਦੇ ਕੇ ਔਰ ਫਿਰ ਸਾਨੂੰ ਪ੍ਰੇਰਨਾ ਦੀ ਜਾਂਦੀ ਹੈ ਜੀ। ਹੁਣ ਪਹਿਲੀ ਜਿਹੜੀ ਡਾਕਟਰ ਅੰਬੇਦਕਰ ਦੀ, ਡਾਕਟਰ ਬਾਬਾ ਸਾਹਿਬ ਦੀ ਜਿਹੜੀ ਪਿਕਚਰ ਸੀ, ਉਹਦੇ ਤੋਂ ਵੀ ਬਹੁਤ ਕੁਝ ਸਿੱਖਿਆ। ਹਾਂਜੀ, ਇੱਕ ਤਾਂ ਜਦੋਂ ਬਾਬਾ ਸਾਹਿਬ ਸਾਨੂੰ ਲੋਕਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਇਸ ਤਰ੍ਹਾਂ ਮਾਸ ਨਹੀਂ ਖਾਣਾ, ਇਸ ਟਾਈਪ ਦਾ ਮਾਸ ਨਹੀਂ ਖਾਣਾ, ਤਾਂ ਉਸ ਤੋਂ ਅਸੀਂ ਸਿੱਖਿਆ ਸਿੱਖ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਜੀ। ਹਾਂਜੀ, ਔਰ ਇਸ ਤੋਂ ਇਲਾਵਾ ਹੁਣ ਜਿਹੜੀ ਜਿਸ ਤਰ੍ਹਾਂ ਇੱਕ ਭੀਮਾ ਕੋਰੇਗਾਂਵ ਤੇ ਇੱਕ ਪਿਕਚਰ ਆ ਰਹੀ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਮਾਰਸ਼ਲਤਾ ਦਿਖਾਈ ਹੈ। ਬਿਲਕੁਲ। ਅੱਛਾ, ਆਪਣੇ ਇੱਕ ਸੂਦਰ ਤੇ ਖਾਲਸਾ ਹੀ ਉਹ ਇਹਨਾਂ ਨੇ ਕੈਂਸਲ ਹੀ ਕਰਤੀ ਹੈ। ਅੱਛਾ, ਹਾਂਜੀ, ਸੂਦਰ ਸੇ ਖਾਲਸਾ, ਉਹ ਵੀ ਪਿਕਚਰ ਚੱਲਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ। ਉਹਦਾ ਵੀ ਇਸ ਤਰ੍ਹਾਂ ਕਰਕੇ ਕਿਸੇ ਤਰੀਕੇ ਨਾਲ ਤੁਸੀਂ ਜਿਸ ਤਰ੍ਹਾਂ ਹੁਣ ਇਹਨੂੰ ਅੱਗੇ ਲੈ ਗਏ ਜੇ, ਸਾਨੂੰ ਪਤਾ ਲੱਗਾ ਹੁਣ ਇਹਦਾ ਅਸੀਂ ਵੇਖਣੀ ਹੈ, ਤੇ ਉਹਦੇ ਵਾਸਤੇ ਵੀ ਬਹੁਤ ਵਧੀਆ ਉਹ ਵੀ ਸਾਡੇ ਵਾਸਤੇ, ਕਿਉਂਕਿ ਸਾਊਥ ਤੇ ਸਗੋਂ ਬਹੁਤ ਜ਼ਿਆਦਾ ਹੀ ਇਸ ਚੀਜ਼ ਦੇ ਲੋਕ ਅੱਗੇ ਤੁਰ ਪਏ ਆ ਜੀ। ਪਰ ਅਜੇ ਸਾਡੇ ਪਾਸੇ ਵੇਖੋ ਇਹੋ ਜਿਹੀਆਂ ਫਿਲਮਾਂ ਆਉਂਦੀਆਂ ਨੇ, ਜਦੋਂ ਕਿ ਕਿੱਡੇ ਜਰਨਲ ਹੋਏ ਆਪਣੇ, ਕਿੰਨੇ ਜਨਰਲ ਹੋਏ ਆ ਆਪਣੇ, ਭਾਈ ਜੀਵਨ ਸਿੰਘ ਹੋਇਆ। ਇਸ ਤੋਂ ਇਲਾਵਾ ਬਾਅਦ ਚ ਵੇਖੋ ਕਿੰਨੇ ਆਪਣੇ ਮਤਲਬ ਸ਼ਡਿਊਲ ਕਾਸਟ ਦੇ ਕਿੰਨੇ ਸਟਰੋਂਗ ਆਦਮੀ ਹੋਏ ਗਏ। ਬਾਬਾ ਦੀਪ ਸਿੰਘ ਵੀ ਆ ਮੰਨਿਆ ਜਾ ਰਿਹਾ। ਇਸ ਕਰਕੇ ਇਸ ਸਾਈਡ ਤੋਂ ਵੀ ਮਤਲਬ ਵੀ ਇਸ ਚੀਜ਼ ਦੀ ਪਹਿਲ ਹੋਣੀ ਚਾਹੀਦੀ ਆ। ਰੱਬ ਕਰੇ ਕੋਈ ਉੱਠੇ, ਔਰ ਹਰ ਬੰਦਾ ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਜੇ ਹੁਣ, ਤੁਸੀਂ ਕਿੰਨਾ ਲੋਕਾਂ ਨੂੰ ਮੋਟੀਵੇਸ਼ਨ ਦੇ ਰਹੇ। ਪਿਕਚਰ ਐਕਚੁਅਲੀ ਹੀ ਮੋਟੀਵੇਟਡ ਕਰਦੀ ਆ ਬਹੁਤ ਜ਼ਿਆਦਾ ਜਨਤਾ ਨੂੰ। ਬਿਲਕੁਲ। ਔਰ ਪਿਕਚਰ ਹੁਣ ਪਿਕਚਰ ਦੇ ਆਧਾਰ ਤੇ ਅਸੀਂ ਆਪਣੇ ਸਾਡੇ ਬੱਚੇ ਜਿਹੜੇ ਆ ਉਸ ਕੁਝ ਵੇਖ ਸਕਦੇ ਆ। ਔਰ ਪਿਕਚਰ ਇੱਕ ਲੇਟੈਸਟ ਮੋਟੀਵੇਸ਼ਨ ਸੋਰਸਸ ਆ। ਬਿਲਕੁਲ। ਹਾਂਜੀ, ਹੁਣ ਬੜੀਆਂ ਬਹੁਤ ਜ਼ਿਆਦਾ ਹੀ ਜਿਸ ਤਰ੍ਹਾਂ ਪਿਕਚਰਾਂ ਦੇ ਉੱਤੇ ਆਪਾਂ ਸਿੱਖ ਰਹੇ ਹਾਂ। ਸ਼ਹੀਦ ਊਧਮ ਸਿੰਘ ਦੀ ਦੇਖੀ, ਹੋਰ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਦੇਖੀ, ਕਿਹੋ ਜਿਹੀ ਵਧੀਆ ਮੋਟੀਵੇਸ਼ਨ ਮਿਲੇ ਸਾਨੂੰ, ਤੇ ਇੱਕ ਜਜ਼ਬਾਤ ਕੀ ਹੋਣੇ ਚਾਹੀਦੇ ਆ। ਇਸੇ ਪ੍ਰਕਾਰ ਜਿੰਨੇ ਵੀ ਜੈਸੇ ਭੀਮਾ ਕੋਰੇਗਾਂਵ ਦੀ ਜਿਹੜੀ ਫਿਲਮ ਬਣ ਰਹੀ ਆ, ਉਹਦੇ ਵਿੱਚ ਉਹ ਜਿਹੜਾ ਰੋਲ ਕਰ ਰਿਹਾ ਵਾ, ਬਹੁਤ ਮਾਰਸ਼ਲ ਰੋਲ ਦਿਖਾਇਆ ਵਾ, ਬਹੁਤ ਮਾਰਸ਼ਲ ਰੋਲ ਦਿਖਾਇਆ ਵਾ। ਕਿਉਂਕਿ ਉਹ ਜਿਹੜਾ ਉਹ ਐਕਚੁਅਲੀ ਬਹੁਤ ਜ਼ਿਆਦਾ ਉਸ ਟਾਈਮ ਉਹਨੇ ਲੜਾਈ ਕੀਤੀ ਹੈ ਮਤਲਬ ਜਿਹੜੇ ਦੂਜੇ ਮਨੂਵਾਦੀਆਂ ਨਾਲ ਬਹੁਤ ਸਟਰੋਂਗ ਹੋ ਗਏ। ਅੱਛਾ, ਫਿਰ ਇਹਨਾਂ ਚੀਜ਼ਾਂ ਦੀ ਹੋਰ ਬੜੀ ਖੋਜ ਦੀ ਜ਼ਰੂਰਤ ਹੈ, ਕਿਉਂਕਿ ਸਾਡੀਆਂ ਰੈਜੀਮੈਂਟਾਂ ਵੀ ਬਹੁਤ ਆ ਆਰਮੀ ਦੀਆਂ। ਸਿਖਲਾਈ ਰੈਜੀਮੈਂਟ ਆ, ਉਸ ਤੋਂ ਬਾਅਦ ਆਪਣੀ ਮਹਾਰ ਰੈਜੀਮੈਂਟ ਆ, ਉਸ ਤੋਂ ਬਾਅਦ ਹੋਰ ਬਹੁਤ ਜ਼ਿਆਦਾ ਲੋਕ ਆ ਆਪਣੇ ਜਿਹੜੇ ਆਰਮੀ 'ਚ ਆ। ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਪਰ ਕੋਈ ਅੱਗੇ ਨਹੀਂ ਆਉਣ ਦੇ ਰਿਹਾ ਇਹਨਾਂ ਲੋਕਾਂ ਨੂੰ। ਜਾਂ ਇਹ ਕੋਸ਼ਿਸ਼ ਕਰੀਏ ਆਪਾਂ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ। ਉਹ ਕੈਮੋਫਲੈਗ ਇੱਕ ਵਰਡ ਹੈਗਾ, ਕੈਮੋਫਲੈਗ ਕਰਕੇ ਉਹਨਾਂ ਨੂੰ ਉਹ ਛਪਾਈ ਜਾ ਰਹੇ ਆ। ਬਸ ਮਤਲਬ ਉਹ ਮਤਲਬ ਦੇਖੋ ਹੁਣ ਸਿੱਖ ਲਾਈ ਰੈਜੀਮੈਂਟ ਜਿਹੜੀ ਆ, ਹੈਲੋ ਜੀ, ਸਿੱਖ ਲਾਈ ਰੈਜੀਮੈਂਟ 'ਚ ਹੁੰਦੇ ਆ ਰਵਿਦਾਸੀਏ ਔਰ ਮਜਬੀ ਸਿੰਘ। ਬਿਲਕੁਲ। ਹਾਂਜੀ, ਉਹ 'ਚ ਸਿਰਫ ਉਹ ਦੋ ਮਹਾਰ 'ਚ ਜਿਹੜੇ ਹੁੰਦੇ ਆ, ਉਹ ਸਿਰਫ ਆਪਣੇ ਮਹਾਰਾਸ਼ਟਰ ਦੇ ਜਿਹੜੇ ਮਰਾਠੇ ਆ ਬਹਾਰ ਦੇ ਹੁੰਦੇ ਆ। ਔਰ ਦੋਨੋਂ ਹੀ ਜੇ ਦੇਖਿਆ ਜਾਵੇ ਤਾਂ ਦੋਨਾਂ ਨੇ ਹੀ ਮਤਲਬ ਜਿੱਥੇ ਖਲੋਤੀਆਂ ਵਾ ਉੱਥੇ ਉਹਨਾਂ ਕਿਤੇ ਪਿੱਛੇ ਨਹੀਂ ਹਟੀਆਂ। ਹਾਂਜੀ,
ਉਹਨਾਂ ਦਾ ਕਿਤੇ ਨਾਂ ਹੀ ਨਹੀਂ ਆਉਂਦਾ। ਜੇ ਦੂਸਰੀ ਤੀਸਰੀ ਰੈਜੀਮੈਂਟਾਂ ਦਾ ਆਉ ਜੂਗਾ ਨਾਂ, ਤੇ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ 'ਚ ਇਹਨਾਂ ਰੈਜੀਮੈਂਟਾਂ ਦੇ ਵੀ ਜਿਹੜੇ ਜਵਾਨ ਆ, ਕਈਆਂ ਦੇ ਕੋਲ ਕੋਈ ਚੱਕਰ ਆ, ਵੀਰ ਚੱਕਰ ਆ, ਉਹਨਾਂ ਨੇ ਕੁਰਬਾਨੀਆਂ ਕਰਕੇ ਲਏ ਆ, ਉਹਨਾਂ ਦੀਆਂ ਵੀ ਬਣਨੀਆਂ ਚਾਹੀਦੀਆਂ। ਔਰ ਜਿਹੜੇ ਮੇਰੇ ਵੀਰ ਕੋ ਥੋੜੇ ਬਹੁਤੇ ਚਲੋ ਕਿਸੇ ਦੀ ਪਹੁੰਚ ਪੈਂਦੀ ਆ, ਮੇਰੇ ਕੋਲ ਨਹੀਂ ਪੈ ਰਹੀ, ਜੇ ਕਿਸੇ ਹੋਰ ਦੀ ਪੈਂਦੀ ਆ ਤੇ ਆਓ ਅੱਗੇ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ। ਔਰ ਸਾਡੇ ਤੇ ਹੀ ਇਹ ਮਤਲਬ ਜਿਹੜਾ ਇਹ ਦੇਸ਼ ਹੀ ਸਾਡਾ ਹੈ ਔਰ ਇਸ ਦੇਸ਼ ਵਾਸਤੇ ਅਸੀਂ ਹੀ ਕੁਰਬਾਨੀਆਂ ਦਿੱਤੀਆਂ ਔਰ ਦੇਵਾਂਗੇ ਵੀ, ਔਰ ਇਹਨੂੰ ਸਾਂਭ ਕੇ ਵੀ ਰੱਖਾਂਗੇ। ਬਾਕੀ ਤੇ ਆਈ ਚਲਾਈ ਹੈ ਸਾਰੇ। ਥੈਂਕ ਯੂ ਜੀ, ਵੈਰੀ ਨਾਈਸ ਕੰਟਰੀਬਿਊਸ਼ਨ। ਕਿਉਂਕਿ ਟਾਈਮ ਬੜਾ ਜਲਦੀ ਦੇ ਨਾਲ ਜਾ ਰਿਹਾ। ਔਰ ਇੱਕ ਅਸੀਂ ਤੁਹਾਨੂੰ ਦਿਖਾਉਣੀ ਚਾਹੁੰਦੇ ਸੀਗੇ ਕਲਿੱਪ, ਕਿਹੋ ਜਿਹਾ ਤਸ਼ੱਦਦ ਹੁੰਦੇ ਇੰਡੀਆ ਦੇ ਵਿੱਚ। ਟੈਕਨੀਸ਼ੀਅਨ ਜੀ ਇੱਕ ਕਲਿੱਪ ਦਿਖਾਇਓ ਜਿਹੜਾ ਅਖੀਰ ਦੇ ਵਿੱਚ ਹੈਗਾ। ਉਹ ਮਤਲਬ ਫਿਲਮ ਦਾ ਹਿੱਸਾ ਨਹੀਂ ਹੈਗਾ, ਪਰ ਉਹ ਆ ਕਿ ਇੱਕ ਮੁੰਡੇ ਦੇ ਉੱਤੇ ਹੁਣੇ ਹੀ ਜਿਹੜੇ ਮੁਸਲਮਾਨਾਂ ਦੇ ਮੁੰਡੇ ਦੇ ਉੱਤੇ ਉਹ ਫੋਟੋ ਹੀ ਆ। ਹਾਂ ਫੋਟੋ ਹੀ ਆ। ਹਾਂ ਫੋਟੋ ਦਿਖਾ ਦਿਓ। ਦੇਖੋ ਨਾ ਕਿੱਦਾਂ ਅਤਿਆਚਾਰ ਹੁੰਦੇ ਆ ਛੋਟੇ ਜਿਹੜਾ ਮੁੰਡਾ ਹੈ 22 ਸਾਲ ਦਾ ਮੁੰਡਾ। ਹਾਂਜੀ। ਔਰ ਇਹਦਾ ਨਾਮ ਅਲਤਾਫ ਆ। ਹਾਂਜੀ। ਯੂਪੀ ਦੇ ਵਿੱਚ ਆ। ਯੂਪੀ ਦੇ ਕੰਸਲ ਡਿਸਟ੍ਰਿਕਟ ਦੇ ਪਿੰਡ ਦਾ ਮਤਲਬ। ਇਸ ਮੁੰਡੇ ਨੂੰ ਪੁਲਿਸ ਨੇ ਚੱਕਿਆ। ਇੱਥੇ ਦੋਸ਼ ਇਹ ਲਾਇਆ ਕਿ ਇੱਕ 16 ਸਾਲ ਦੀ ਲੜਕੀ ਮਤਲਬ ਜਿਹੜੀ ਹਿੰਦੂ ਆ, ਉਹਨੂੰ ਮਤਲਬ ਉਹਦੇ ਘਰਦਿਆਂ ਨੇ ਲਾਇਆ ਵੀ ਇਹਨੇ ਕਿਡਨੈਪ ਕੀਤੀ ਆ, ਮਤਲਬ ਇਹ ਅਗਵਾ ਕਰ ਲਿਆ ਇਹਨੂੰ। ਤੇ ਉਹਦਾ ਡੈਡੀ ਨੇ ਉਹਨੂੰ ਆਪ ਸਗੋਂ ਫੜ ਕੇ ਪੁਲਿਸ ਨੂੰ ਕਿਹਾ ਵੀ ਆ ਲੈ ਜਾਓ, ਮੁੰਡੇ ਨੇ ਇੱਦਾਂ ਕੋਈ ਕੰਮ ਨਹੀਂ ਕੀਤਾ, ਉਹਦੀ ਪੁੱਛ-ਦੱਸ ਕਰਨੀ ਕਰ ਲਓ। ਵਿਦਿਨ 24 ਆਵਰ ਉਹਨੂੰ ਮਤਲਬ ਮਰਿਆ। ਔਰ ਆ ਚੀਜ਼ ਜਿਹੜੀ ਦੇਖੀ ਲਾਈਨ ਚਲਾਈ ਆ, ਪੁਲਿਸ ਕਹਿੰਦੀ ਇਸ ਟੂਟੀ ਨਾਲ ਇਹ ਇਨਫਾਹਾ ਲੈ ਲਿਆ, ਇਸ ਟੂਟੀ ਨਾਲ ਲੰਘ ਕੇ। ਦੱਸੋ ਨਾ 2 ਫੁੱਟ ਦੀ 3 ਫੁੱਟ ਦੀ ਆ ਟੂਟੀ ਆ। ਦੇਖੋ ਨਾ ਇਹਦੇ ਨਾਲ ਕਹਿੰਦਾ ਲਟਕ ਕੇ ਫਾਹਾ ਲੈ ਕੇ ਮਰ ਗਿਆ। ਦੱਸੋ ਮਤਲਬ ਆ ਪੁਲਿਸ ਦੀਆਂ ਆਪ ਮਤਲਬ ਇਸ਼ੂ ਕੀਤੀ ਹੋਈ ਆਹ ਫੋਟੋ ਹੈਗੀਆਂ ਵੀ ਇਹਦੇ ਨਾਲ ਫਾਹਾ ਲੈ ਕੇ ਮਰਿਆ। ਔਰ ਫਾਹਾ ਵੀ ਕਾਹਦੇ ਨਾਲ ਲਿਆ, ਜਿਹੜਾ ਕਹਿੰਦਾ ਉਹਦੀ ਜਿੱਪ ਦੇ ਵਿੱਚ ਧਾਗਾ ਜਿਹਾ ਸੀਗਾ ਕੋਈ, ਮਤਲਬ ਉਹਦੇ ਨਾਲ ਹਨਾ। ਮਤਲਬ ਆ ਜਿਹੜਾ ਅਸਲੀ ਤਸ਼ੱਦਦ ਹਾਲੇ ਵੀ ਆ। ਜਦੋਂ ਆਪਾਂ ਜੈ ਭੀਮ ਦੀ ਗੱਲ ਕਰਦੇ ਆ, ਜੈ ਭੀਮ ਦੀ ਸਟੋਰੀ ਇਹੀ ਆ ਕਿ ਕਿੱਦਾਂ ਇੱਕ ਨਜਾਇਜ਼ ਬੰਦਿਆਂ ਨੂੰ ਫੜ ਕੇ ਉਹ ਵੀ ਜਿਹੜੇ ਲੋ ਕਾਸਟ ਹੈਗੇ ਆ ਉਹਨਾਂ ਨੂੰ ਪੁਲਿਸ ਦੀ ਮਿਲੀ ਭਗਤ ਦੇ ਨਾਲ ਉੱਤੇ ਜਿਹੜੇ ਅਫਸਰ ਹੈਗੇ ਆ ਸਾਰੇ ਹੀ ਉਹ ਸਾਰੇ ਹੀ ਰਲ ਕੇ ਉਹਨਾਂ ਨੂੰ ਕਿੱਦਾਂ ਜੇਲ੍ਹਾਂ ਦੇ ਵਿੱਚ ਧੁੰਦੇ ਆ, ਕਿੱਦਾਂ ਉਹਨਾਂ ਦੇ ਉੱਤੇ ਝੂਠੇ ਕੇਸ ਮੜਦੇ ਆ, ਮਾਰ-ਕੁੱਟ ਕਰਦੇ ਆ। ਅਸੀਂ ਇਸ ਆਪਣੇ ਜੈ ਭੀਮ ਦੇ ਵਿੱਚ ਉਹ ਬੰਦੇ ਨੂੰ ਮਾਰ ਹੀ ਦਿੰਦੇ ਕੁੱਟ-ਕੁੱਟ ਕੇ। ਬਿਲਕੁਲ। ਅਸੀਂ ਉਹਦੀ ਜਿਹੜੀ ਸ਼ੁਰੂਆਤ ਹੀ ਮਤਲਬ ਫਿਲਮ ਦੀ ਉਹ ਬੜੀ ਉਹੀ ਦਰਦਨਾਕ ਬਹੁਤ ਆ। ਕਾਲ ਆਈ। ਹੈਲੋ ਜੀ, ਕਾਲ ਨਾ ਜੀ ਹੋਰ ਲਿਓ। ਹਾਂਜੀ ਹੈਲੋ ਜੀ, ਜਾਗਰ ਦੇ ਕੌਣ ਕਿੱਥੋਂ ਸਾਹਿਬ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਜੀਤ ਸਿੰਘ ਢਿੱਲੋਂ ਆ, ਮੈਂ ਰੋਪੀ ਤੋਂ ਬੋਲ ਰਿਹਾ। ਹਾਂਜੀ ਢਿੱਲੋਂ ਸਾਹਿਬ, ਮੈਂ ਤੁਹਾਨੂੰ ਇਹ ਕਹਿਣਾ ਸੀ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਬਹੁਤ ਹੀ ਅੱਛਾ ਪ੍ਰੋਗਰਾਮ ਹੈ, ਮੈਨੂੰ ਬੜੀ ਅੱਛੀ ਲੱਗੀ ਇਹ ਤੁਹਾਡੀ ਜਿਹੜੀ ਫਿਲਮਾਂ ਬਣਾਉਣ ਦੀ ਗੱਲ ਆ। ਜੀ ਕਿਉਂਕਿ ਜਿਹੜੀ ਅਸਲੀਅਤ ਹੈਗੀ ਆ, ਜਿੰਨਾ ਚਿਰ ਸਾਡਾ ਰੂਟ ਜਿਹੜਾ ਕਿ ਤੁਸੀਂ ਕਹਿੰਦੇ ਨਾ ਕਿ ਫਲਾਣਾ ਸਿੱਖ ਇਹ ਸਿੱਖ ਕੋਈ ਆ ਸਾਰੇ। ਇਹਨਾਂ ਨੂੰ ਸੋਚਣਾ ਚਾਹੀਦਾ। ਸਾਡੇ ਜਿਹੜੇ ਜੱਟ ਸਿੱਖ ਇਹਨਾਂ ਦਾ ਦਿਮਾਗ ਖਰਾਬ ਹੋਇਆ ਸ਼ਾਰਟਕਟ ਕਰਿਓ, ਟਾਈਮ ਹੋ ਗਿਆ, ਸ਼ਾਰਟਕਟ ਕਰਿਓ। ਕਿ ਅਸੀਂ ਤੁਹਾਨੂੰ ਕਿ ਦੁਆ ਨਹੀਂ ਦੇ ਰਹੇ, ਬਦਲ ਨਹੀਂ ਦੇ ਰਹੇ। ਸਾਨੂੰ ਚਾਹੀਦਾ ਜਿੰਨਾ ਜਦ ਵੀ ਤੁਹਾਡੇ ਕਮਿਊਨਿਟੀ ਚੋਂ ਕੋਈ ਵੀ ਜਰਨੈਲ ਆਇਆ, ਸਾਨੂੰ ਉਹਨਾਂ ਨੇ ਬਹੁਤ ਕੁਝ ਦਵਾਇਆ। ਬਿਲਕੁਲ। ਔਰ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਸਪੋਰਟ ਤੁਹਾਡੇ ਨਾਲ ਹੈ ਔਰ ਤੁਸੀਂ ਜਿਹੜੀ ਇਹ ਚੀਜ਼ ਕੀਤੀ ਹੈ ਮੈਨੂੰ ਬਹੁਤ ਹੀ ਅੱਛਾ ਲੱਗਾ ਔਰ ਮੈਂ ਤੁਹਾਡਾ ਥੈਂਕ ਯੂ ਕਰਦਾ। ਥੈਂਕ ਯੂ ਤੁਹਾਡਾ ਜੀ। ਤੁਹਾਡੀ ਕਮਿਊਨਿਟੀ ਤੋਂ ਬਗੈਰ ਸਾਡਾ ਕੋਈ ਸਹਾਰਾ ਨਹੀਂ ਹੋ ਰਿਹਾ। ਥੈਂਕ ਯੂ। ਆਪਾਂ ਸਭ ਇਕੱਠੇ ਟਾਈਮ ਉਹਨਾਂ ਦੀ ਵੀ ਜਿਹੜੀ ਹੈਗੀ ਬੜੀ ਮੈਂ ਗਤੀ ਸਮਝਦਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਿਹਾ ਹਾਂ। ਥੈਂਕ ਯੂ ਜੀ। ਟਾਈਮ ਹੋ ਗਿਆ, 1 ਮਿੰਟ ਰਹਿ ਗਿਆ। ਪਿਆਰੇ ਦਰਸ਼ਕੋ, ਜਿਹੜੀ ਫਿਲਮ ਹੈਗੀ ਆ ਖਾਸ ਤੌਰ 'ਤੇ ਉਹਦੀ ਕੀਮਤ ਹੈ, ਵੈਲਿਊ ਆ ਔਰ ਉਹ ਬੜੇ ਹਾਈ ਮੋਰਲ ਦੀ ਆ ਔਰ ਉਹਦਾ ਇੱਕ ਮਿਸ਼ਨ ਹੈ। ਮਿਸ਼ਨ ਕੀ ਹੈਗਾ ਕਿ ਬੇਇਨਸਾਫੀ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਔਰ ਬਾਬਾ ਸਾਹਿਬ ਦਾ ਜੋ ਮਿਸ਼ਨ ਸੀਗਾ ਉਹ ਇੱਕ ਤਰੀਕੇ ਦੇ ਨਾਲ ਅੱਗੇ ਲੈ ਗਏ। ਹੁਣ ਪਿਆਰੇ ਦਰਸ਼ਕੋ, ਜਿਹੜਾ ਟਾਈਮ ਖਤਮ ਹੋ ਗਿਆ, ਦਵਿੰਦਰ ਜੀ ਸੌਰੀ ਅਬਾਊਟ ਦੈਟ। ਅਸੀਂ ਇਸੇ ਤਰ੍ਹਾਂ ਅਗਲੇ ਹਫ਼ਤੇ ਫਿਰ ਇਹੋ ਜਿਹਾ ਪ੍ਰੋਗਰਾਮ ਤੁਹਾਡੇ ਆਪਣੇ ਇੰਟਰਸਟ ਦਾ ਜਿਹੜਾ ਕਿ ਤੁਹਾਡੇ ਦਿਲਾਂ ਨੂੰ ਚਾਹੁੰਦਾ ਹੋਵੇ। ਅਸੀਂ ਪਹਿਲਾਂ ਟੋਲੀ ਦਾ ਕਿ ਜਿਹੜੇ ਹੈਗੇ ਆ ਲਿਸਨਰ
ਆਡੀਅנס ਉਹਨਾਂ ਨੂੰ ਕਿਹੋ ਜਿਹਾ ਪ੍ਰੋਗਰਾਮ ਚਾਹੀਦਾ, ਅਸੀਂ ਫੇਰ ਫੈਸਲਾ ਕਰਕੇ ਲਿਆਉਂਦੇ ਹਾਂ। ਸੋ ਪਿਆਰੇ ਦਰਸ਼ਕੋ, ਇਸੇ ਤਰ੍ਹਾਂ ਪ੍ਰੋਗਰਾਮ ਨਵਾਂ ਲੈ ਕੇ ਤੁਹਾਡੇ ਸਾਹਮਣੇ ਅਗਲੇ ਹਫ਼ਤੇ ਫੇਰ ਪੇਸ਼ ਹੋਵਾਂਗੇ। ਹੁਣ ਟਾਈਮ ਖਤਮ ਹੋ ਗਿਆ, 20 ਸਕਿੰਟ ਰਹਿ ਗਏ। ਦਵਿੰਦਰ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਮੇਰਾ ਖਿਆਲ ਕਿ ਇਸੇ ਪ੍ਰੋਗਰਾਮ ਦੇ ਉੱਤੇ, ਫਿਲਮ ਦੇ ਉੱਤੇ ਆਪਾਂ ਨੂੰ ਕਿਤੇ ਰਿਵਿਊ ਇਹਦਾ ਕਰਾਂਗੇ ਕਿਸੇ ਫ੍ਰੀ ਜਾਂ ਟਾਈਮ ਦੇ ਵਿੱਚ। ਬਿਲਕੁਲ ਬਿਲਕੁਲ ਚੰਗਾ ਹੋਊਗਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੇਰੇ ਕੋਲ ਹਾਲੇ ਸਾਂਝੀ ਕਰਨ ਵਾਲੀਆਂ ਰਹਿ ਗਈਆਂ, ਫਿਰ ਮੌਕਾ ਦਿਓਗੇ ਤਾਂ ਫਿਰ ਕਰਾਂਗੇ। ਕੋਈ ਗੱਲ ਨਹੀਂ, ਇਹੋ ਜਿਹਾ ਪ੍ਰੋਗਰਾਮ ਲੈਵਾਂਗੇ ਜਿਹਦੇ ਵਿੱਚ ਅਸੀਂ ਜਿਹੜਾ ਰਹਿੰਦੇ ਪੁਆਇੰਟ ਹੈਗੇ ਆ ਉਹ ਵੀ ਅਸੀਂ ਕਵਰ ਕਰਾਂਗੇ ਔਰ ਉਹਦੇ ਨਾਲ ਰਲਦਾ ਮਿਲਦਾ ਜਿਹਾ ਅਸੀਂ ਲਿਆਵਾਂਗੇ। ਜੈ ਗੁਰਦੇਵ, ਧੰਨ ਗੁਰਦੇਵ, ਥੈਂਕ ਯੂ ਜੀ।